ਤੇ ਅਸੀਂ ਬਾਹਰ ਖੜੇ ਸੀ, ਇਹਨਾਂ ਨੂੰ ਉੱਤੋਂ ਇੱਕ ਬਰਸ ਚੱਲਿਆ ਜਿਨ੍ਹਾਂ 'ਚੋਂ ਗੋਲੀ ਮੇਰੇ ਇੱਥੇ ਫੇਸ 'ਤੇ ਵੱਜੀ। ਔਰ ਮੈਂ ਵਾਇਰਲੈਸ 'ਤੇ ਕਿਹਾ ਵੀ ਇਸ ਤਰ੍ਹਾਂ ਫਾਇਰਿੰਗ ਸ਼ੁਰੂ ਕਰੋ, ਦਰਬਾਰ ਸਾਹਿਬ ਨੂੰ ਬਚਾ ਲਓ ਤੇ ਜਿੱਥੇ ਵੀ ਮੋਰਚੇ ਨੇ ਉਹਨਾਂ 'ਤੇ ਫਾਇਰਿੰਗ ਕਰ ਦਿਓ। ਘਬਰਾਓ ਨਾ, ਤੁਸੀਂ ਵੀ ਫਾਇਰਿੰਗ ਸ਼ੁਰੂ ਕਰ ਦਿਓ ਤੇ ਪੂਰੇ ਜ਼ੋਰ ਨਾਲ ਫਾਇਰਿੰਗ ਕਰੋ ਤੇ ਬੰਦ ਨਹੀਂ ਕਰਨੀ। ਅੱਛਾ, ਹੁੰਦਾ ਕੀ ਸੀ ਵੀ ਉਹ ਜਦੋਂ ਸਾਡਾ ਥੋੜ੍ਹਾ ਜਿਹਾ ਹੱਥ ਉੱਪਰ ਹੋਣ ਲੱਗਦਾ ਸੀ, ਸਰਕਾਰ ਕਹਿ ਦਿੰਦੀ ਸੀ ਨਹੀਂ ਅਭੀ ਰੁਕ ਜਾਓ। ਅੱਛਾ, ਜਦੋਂ ਫਾਇਰਿੰਗ ਸ਼ੁਰੂ ਹੋ ਗਈ ਉਹ ਕਰੀਬਨ ਉੱਧਰੋਂ ਵਿਰਕ ਮਾਰ ਲਿਆ, ਨਾਲ ਹੀ ਅੰਦਰ ਭੰਗੜੇ ਪੈਣੇ ਸ਼ੁਰੂ ਹੋ ਗਏ ਦਰਬਾਰ ਸਾਹਿਬ 'ਚ। ਟੈਰਰਿਸਟ ਮੁੰਡਿਆਂ ਨੇ ਭੰਗੜੇ ਪਾਉਣੇ ਸ਼ੁਰੂ ਕਰਤੇ, ਕਿਉਂਕਿ ਖਾਲਿਸਤਾਨ ਦੀ ਡਿਕਲੇਰੇਸ਼ਨ ਇੱਕ ਸੀਰੀਅਸ ਚੀਜ਼ ਸੀ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੋਲਡਨ ਟੈਂਪਲ ਦਾ ਚਾਰਜ ਦੇ ਕੇ ਜਾ ਰਹੇ ਹਾਂ। ਅੱਛਾ, ਅਸੀਂ ਕਿਹਾ ਜੀ ਠੀਕ ਹੈ, ਸਾਨੂੰ ਚਾਰਜ ਦੇ ਦਿਓ, ਤੁਸੀਂ ਜਾਓ। ਅੱਛਾ, ਉਹਨਾਂ ਦੇ ਕੁਝ ਮੁੰਡੇ ਆ ਕੇ ਗੱਲ ਕੀਤੀ ਉਹਨਾਂ ਨੇ ਸਾਡੇ ਨਾਲ। ਫਿਰ ਉਹਨਾਂ ਨੇ ਕਿਹਾ ਜੀ ਵੀ ਸਾਡਾ ਇਸ ਤਰ੍ਹਾਂ ਹੈ ਵੀ ਤੁਹਾਡੇ 'ਤੇ ਵਿਸ਼ਵਾਸ ਨਹੀਂ ਹੈ। ਉਹ ਕਹਿਣ ਲੱਗੇ ਜੀ ਵੀ ਵਿੱਚ ਕੋਈ ਬੰਦਾ ਪਾਓ। ਅਸੀਂ ਤਾਂ ਸੋਚਣ ਲੱਗੇ ਕਿ ਉਹ ਫਿਰ ਮੁੰਡਿਆਂ ਵੱਲੋਂ ਸੁਜੈਸ਼ਨ ਆਈ ਕਿ ਗਿਆਨੀ ਪੂਰਨ ਸਿੰਘ ਹੋਰਾਂ ਨਾਲ ਗੱਲ ਕਰੋ। ਉਸੇ ਤਰ੍ਹਾਂ ਇੱਕ ਅੰਮ੍ਰਿਤਸਰ ਦਾ ਜ਼ਿਲ੍ਹਾ CRP ਦੇ ਹਵਾਲੇ ਕਰ ਦਿੱਤਾ ਗਿਆ, ਗੁਰਦਾਸਪੁਰ ਜ਼ਿਲ੍ਹਾ BSF ਨੂੰ ਦੇ ਦਿੱਤਾ ਗਿਆ ਅਤੇ ਵੱਡੀ ਏਰੀਆ ਬਣ ਦਿੱਤੇ ਗਏ ਔਰ ਉਸੇ ਤਰ੍ਹਾਂ ਡਿਪਲੋਇਮੈਂਟ ਫੋਰਸ ਤਿਆਰ ਕਰ ਦਿੱਤੀ ਗਈ। ਫਿਰ 2 ਬਲੈਕ ਥੰਡਰ 2 ਜੀ ਦੀ ਗੱਲ ਕਰਦੇ ਹਾਂ, ਜਦ ਅਸੀਂ ਵੀਡੀਓਜ਼ ਆਮ ਕਰਕੇ ਨੈੱਟ ਉੱਤੇ ਲੋਕ ਦੇਖਦੇ ਹੱਥ ਖੜੇ ਕਰਕੇ ਬਾਹਰ ਨੂੰ ਆਉਂਦੇ ਲੋਕ ਆਉਂਦੇ ਨੇ, ਉਹ ਕਿਉਂ ਹੋਇਆ, ਉਹਦੀ ਕੀ ਨੌਬਤ? ਦੇਖੋ, 2 ਸਾਲ ਫਿਰ CRP ਦੇ ਵਿੱਚ ਅਸੀਂ ਐਂਟੀ ਟੈਰਰਿਸਟ ਆਪਰੇਸ਼ਨ ਚਲਾਉਂਦੇ ਰਹੇ। ਕਈ ਵਾਰੀ ਉਹ ਹੁੰਦਾ ਸੀ ਵੀ ਸਡਨਲੀ ਜ਼ੋਰ ਫੜਨ ਲੱਗ ਪੈਂਦੇ ਸੀ। ਮੈਨੂੰ ਉਹਦੇ 'ਚ ਇਹ ਲੱਗਦਾ ਕਿ ਜਿਹੜੀਆਂ ਸੈਂਟਰਲ ਏਜੰਸੀਆਂ ਸੀ ਇਹ ਟੈਰਰਿਜ਼ਮ ਨੂੰ ਖਤਮ ਸ਼ਾਇਦ ਨਹੀਂ ਹੋਣ ਦੇਣਾ ਚਾਹੁੰਦੀਆਂ ਸੀ, ਕਿਉਂਕਿ ਜਿਹੜੇ ਕੰਮ ਲਈ ਇਹ ਸ਼ੁਰੂ ਕੀਤਾ ਗਿਆ ਸੀ ਉਹਦੇ ਨਾਲ ਪੋਲੀਟੀਕਲ ਰਿਜ਼ਲਟ ਮਿਲ ਗਏ ਸੀ। ਭਾਵੇਂ ਕੀਮਤ ਬਹੁਤ ਜ਼ਿਆਦਾ ਦੇਣੀ ਪਈ, ਪ੍ਰਾਈਮ ਮਿਨਿਸਟਰ ਦਾ ਮਾਰੇ ਜਾਣਾ, ਇੱਕ ਸੈਨਾ ਦੇ ਮੁਖੀ ਦਾ ਮਾਰੇ ਜਾਣਾ, ਹੋਰ ਕਈ ਚੰਗੇ ਪਤਵੰਤੇ ਸੱਜਣਾਂ ਦਾ ਮਾਰੇ ਜਾਣਾ, ਲਾਈਨ ਆਫ ਐਕਸ਼ਨ ਸੀ ਉਹ ਬਦਲੀ ਨਹੀਂ ਸੀ ਜਾ ਰਹੀ। ਤੁਸੀਂ ਜੇਕਰ ਅੰਦਰ ਹੈਗੇ ਸਨ ਮੁੰਡੇ, ਉਹਨਾਂ ਨੂੰ ਜਾ ਕੇ ਤੁਹਾਨੂੰ ਟੈਕਲ ਕਰ ਲੈਣਾ ਚਾਹੀਦਾ ਸੀ, ਉਹ ਟੈਕਲ ਨਹੀਂ ਕੀਤਾ ਗਿਆ। ਇੱਕ ਦਿਨ ਇਸ ਤਰ੍ਹਾਂ ਮਈ 88 ਦੇ ਵਿੱਚ ਸਾਨੂੰ ਲੱਗ ਰਿਹਾ ਸੀ ਵੀ ਇਹ ਮੁੰਡੇ ਅੰਦਰ ਜ਼ੋਰ ਫੜ ਰਹੇ ਨੇ, ਇਹਨਾਂ ਦੀ ਹਿੰਮਤ ਵੱਧ ਰਹੀ ਹੈ। ਅਤੇ ਇੱਕ ਦਿਨ ਪਤਾ ਲੱਗਿਆ ਵੀ ਇਹ ਮਨੋਹਰ ਲਾਲ ਬਿਲਡਿੰਗ ਇੱਕ ਲਾਇਬ੍ਰੇਰੀ ਪੁਆਇੰਟ 'ਤੇ ਪ੍ਰਸ਼ਾਦ ਪੁਆਇੰਟ ਦੇ ਕੋਲ ਸੜਕ ਬਾਹਰਲੇ ਪਾਸੇ ਦਰਬਾਰ ਸਾਹਿਬ ਤੋਂ ਆ ਕੇ ਇੱਕ ਕੰਧ ਬਣਾ ਰਹੇ ਨੇ। ਜਦੋਂ ਉਹ ਉੱਥੋਂ ਦੇ ਜਿਹੜੇ CRP ਸੀ ਉਹਨਾਂ ਨੇ ਮਨਾ ਕੀਤਾ ਅਤੇ ਇਹਨਾਂ ਨੇ ਕਿਹਾ ਗੋਲੀ ਚੱਲੇਗੀ। ਉਹ ਸਾਰੇ ਸੋਚਣ ਲੱਗ ਪਏ ਵੀ ਹੁਣ ਕੀ ਕਰੀਏ, ਗੋਲੀ ਚੱਲੇਗੀ। ਮੈਂ ਕਿਹਾ ਭਾਈ ਜੇ ਗੋਲੀ ਦਾ ਹੈ ਅਤੇ ਕੰਧ ਬਣਨ ਤੋਂ ਬਾਅਦ ਵੀ ਗੋਲੀ ਚੱਲਣੀ ਹੈ ਅਤੇ ਗੋਲੀ ਚੱਲਦੀ ਹੈ ਅਤੇ ਅੱਜ ਚੱਲੇ। ਕੋਈ ਹਾਲਾਤ ਜਿਹੜਾ ਤੁਸੀਂ ਉਹਨਾਂ ਨੂੰ ਪਰਮਿਟ ਨਹੀਂ ਕਰ ਸਕਦੇ ਵੀ ਤੁਸੀਂ, ਕਿਉਂਕਿ ਗੋਲੀ ਦਾ ਇਹ ਧਮਕੀ ਹੈ ਅਤੇ ਬਣਾ ਲਓ। ਮੈਂ ਕਿਹਾ ਰੋਕੋ। ਉੱਥੇ ਮੁੰਡੇ ਬਾਹਰ ਕੰਧ ਕਰ ਰਹੇ ਸੀ, ਸਾਨੂੰ ਦੇਖ ਕੇ ਅੰਦਰ ਭੱਜ ਗਏ ਅਤੇ ਸਾਡੇ ਨਾਲ ਜਿਹੜੇ ਬੰਦੇ ਸੀ ਉਹ 2-2.5 ਫੁੱਟ ਉੱਚੀ ਕੰਧ ਬਣੀ ਹੋਈ ਸੀ, ਉਹਨਾਂ ਨੇ ਟਾਉਣੀ ਸ਼ੁਰੂ ਕਰਤੀ। ਇਹਨਾਂ 'ਚ ਸਾਡੀਆਂ ਪਿਕਟ ਸਨ ਚਾਰੋਂ ਪਾਸੇ ਦਰਬਾਰ ਸਾਹਿਬ ਦੇ। ਉਹਨਾਂ 'ਚੋਂ ਇੱਕ ਸੰਤਰੀ ਨੇ ਰੌਲਾ ਪਾਇਆ ਕਿ ਸਰ ਉਹ ਫਾਇਰਿੰਗ ਕਰਨ ਲੱਗੇ ਆ, ਤਿਆਰੀ ਕਰ ਰਹੇ ਆ ਸਾਰੇ। ਅੱਛਾ, ਮੈਂ ਕਿਹਾ ਵੀ ਪੋਜੀਸ਼ਨਾਂ ਲੈ ਲਓ। ਅੱਛਾ, ਓਪਨ 'ਚ ਅਸੀਂ ਖੜ੍ਹੇ ਸੀ ਗਲੀ 'ਚ ਅਤੇ ਕਿਤੇ ਵੀ ਪੋਜੀਸ਼ਨ ਲੈਣ ਲਈ ਜਗ੍ਹਾ ਹੈ ਨਹੀਂ ਸੀ। ਉਹ ਦੰਗਿਆਂ ਨਾਲ ਪ੍ਰਭਾਵਿਤ ਜਿਹੜੇ ਸਿੱਖ ਸੀ ਉਹ ਵੀ ਇੱਧਰ ਆਉਣ ਲੱਗ ਪਏ ਸੀ। ਸੋ ਸਾਡੀ ਕੋਸ਼ਿਸ਼ ਇਹ ਸੀ ਵੀ ਬਾਹਰਲਾ ਸਿੱਖ ਪੰਜਾਬ 'ਚ ਨਾ ਆਵੇ ਔਰ ਪੰਜਾਬ ਦਾ ਹਿੰਦੂ ਬਾਹਰ ਨਾ ਜਾਵੇ। ਉਸ ਵੇਲੇ ਇਹ ਚੱਲ ਰਿਹਾ ਸੀ ਵੀ ਖਬਰ ਆਈ ਵੀ ਅੰਦਰੋਂ ਖਾਲਿਸਤਾਨ ਦੀ ਡਿਕਲੇਰੇਸ਼ਨ ਪੰਥਕ ਕਮੇਟੀ ਕਰ ਸਕਦੀ ਹੈ। ਮੈਂ ਦੱਸਿਆ ਜੀ ਵੀ ਸਾਰਾ ਕੁਝ ਤੁਹਾਨੂੰ ਦੱਸਿਆ ਸੀ, ਉਦੋਂ ਮੰਨੇ ਨਹੀਂ, ਪਰ ਅਸੀਂ ਪ੍ਰੀਵੈਂਟ ਕਰ ਸਕਦੇ ਸੀ। ਕਹਿੰਦੇ ਨਹੀਂ ਹੁਣ ਕਰੀਏ, ਕੁਛ ਕਰੀਏ। ਇਹ ਫਿਰ ਆਪਰੇਸ਼ਨ ਬਲੈਕ ਥੰਡਰ 1 ਲਾਂਚ ਕੀਤਾ ਗਿਆ। ਪੰਜਾਬ ਪੁਲਿਸ, ਕੁਝ CRP ਇਨਵੋਲਵ ਸੀ ਅਤੇ ਰਾਤ ਨੂੰ ਹਨੇਰਾ ਪੈਣ ਤੋਂ ਬਾਅਦ ਲਾਈਟਸ ਆਫ ਕਰ ਦਿੱਤੀਆਂ ਗਈਆਂ। NSG ਦੇ ਕਮਾਂਡੋਜ਼ ਆਏ ਅਤੇ ਉਹਨਾਂ ਨੇ ਫਾਇਰਿੰਗ ਨਹੀਂ ਕੀਤੀ, ਸਿਰਫ ਸਟਨ ਗ੍ਰੇਨੇਡਸ ਔਰ ਸਟਨ ਬੁਲੇਟਸ ਉਹ ਫਾਇਰ ਕੀਤੇ, ਜਿਹਦੇ
ਵਿੱਚ ਗੋਲੀ ਨਹੀਂ ਜਾਂਦੀ, ਸਿਰਫ ਆਵਾਜ਼ ਆਉਂਦੀ ਹੈ। ਉਸ ਤੋਂ ਪਹਿਲਾਂ ਕੀ ਉਹਨਾਂ ਨਾਲ ਜਿਹੜੇ ਅੰਦਰ ਸੀਗੇ ਮਿਲੀਟੈਂਸੀ ਜਾਂ ਖਾੜਕੂ ਜੋ ਵੀ ਅੰਦਰ ਸੀ ਉਹਨਾਂ ਨਾਲ ਕੀ ਤੁਸੀਂ ਸੰਪਰਕ ਕੀਤਾ, ਗੱਲ ਕੀਤੀ? ਅਸੀਂ ਸੰਪਰਕ ਨਹੀਂ ਸੀ ਕੀਤਾ। ਉੱਥੋਂ ਫਿਰ ਅਸੀਂ ਪੈਦਲ ਚੱਲਦੇ ਹੋਏ ਝੂਠੇ ਬਾਜ਼ਾਰ ਵੱਲ ਆਏ ਹਾਂ। ਬਾਜ਼ਾਰ ਬੰਦ ਹੋ ਰਿਹਾ ਸੀ ਫਾਇਰਿੰਗ ਕਰਕੇ। ਉੱਥੋਂ ਅਸੀਂ ਕਿਸੇ ਦਾ ਸਕੂਟਰ ਕੋਈ ਜਾ ਰਿਹਾ ਸੀ। ਸੁਰੇਸ਼ ਨੇ ਕਿਹਾ, ਅਸੀਂ ਵਰਦੀ 'ਚ ਹੀ ਸਾਂ। ਸੁਰੇਸ਼ ਨੇ ਕਿਹਾ ਵੀ ਕਾਕਾ ਮੈਂ SSP ਹਾਂ, ਮੈਨੂੰ ਤੇਰਾ ਸਕੂਟਰ ਚਾਹੀਦਾ। ਮੈਂ ਸਕੂਟਰ ਦੇ ਪਿੱਛੇ ਬੈਠਾ ਅਤੇ ਸੁਰੇਸ਼ ਨੇ ਚਲਾਇਆ। ਅਸੀਂ ਉਹ ਝੂਠੇ ਬਾਜ਼ਾਰ ਥਾਣੀ ਇਹਨੇ ਦੱਸਿਆ ਵੀ DI ਸਾਹਿਬ ਇੰਜਰਡ ਨੇ। ਉਹ ਮੁੰਡੇ ਅੱਗੇ ਭੱਜ ਗਏ, ਇਹਨਾਂ ਨੇ ਜਗ੍ਹਾ ਖਾਲੀ ਸੜਕ ਕੀਤੀ। ਉਹਦੀ ਬਾਅਦ ਸੁਰੇਸ਼ ਨਾਲ ਉੱਥੇ ਹੀ ਗੱਲ ਹੋਈ। ਮੈਂ ਕਿਹਾ ਦੇਖ ਸੁਰੇਸ਼, ਹਮੇਸ਼ਾ ਜਦੋਂ ਅਸੀਂ ਫਾਇਰਿੰਗ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਰੋਕ ਦਿੱਤਾ ਜਾਂਦਾ। ਅੱਜ ਤੈਨੂੰ ਵੀ ਰੋਕਿਆ ਜਾਏਗਾ ਅਤੇ ਅੱਜ ਮੈਂ ਇੰਜਰਡ ਹਾਂ, ਸਪੌਟ ਦੇ ਉੱਤੇ ਮੈਂ ਸਾਂ। ਅਸੀਂ ਫਾਇਰਿੰਗ ਦਾ ਜਵਾਬ ਸ਼ੁਰੂ ਕਰ ਦਿੱਤਾ, ਹੁਣ ਰੋਕਿਓ ਨਾ। ਅੱਜ ਆਰ ਪਾਰ ਦੀ ਲੜਾਈ ਲੜੋ ਅਤੇ ਉਹਨਾਂ ਨੂੰ ਕਹਿ ਦਿਓ ਜੀ ਵੀ ਅੱਜ ਅਸੀਂ ਆਰ ਪਾਰ ਦੀ ਲੜਾਈ ਲੜਨੀ। ਇਹ ਹੁਣ ਅੱਤਵਾਦੀਆਂ 'ਚ ਅਤੇ ਸਾਡੇ 'ਚ ਹੈ। ਉਹ ਫਿਰ ਥੋੜ੍ਹੀ ਦੇਰ 'ਚ ਫੋਨ ਸ਼ੁਰੂ ਹੋ ਗਏ, ਫਾਇਰਿੰਗ ਬੰਦ ਕਰੋ। ਸੁਰੇਸ਼ ਨੇ ਅੱਗੋਂ ਕਹਿ ਦਿੱਤਾ ਜੀ ਵੀ ਅਸੀਂ ਫਾਇਰਿੰਗ ਬੰਦ ਨਹੀਂ ਕਰਾਂਗੇ। ਫਾਇਰਿੰਗ ਚੱਲਦੀ ਰਹੀ ਸ਼ਾਮ ਦੇ 5 ਵਜੇ ਤੱਕ। ਇਹ ਗੱਲ ਘਟਨਾ ਮੇਰੇ ਗੋਲੀ ਲੱਗੀ ਕਰੀਬ 12:30 ਅਤੇ 4:30 5 ਵਜੇ ਤੱਕ ਗੋਲੀ ਚੱਲਦੀ ਰਹੀ ਅਤੇ ਗਿੱਲ ਸਾਹਿਬ ਦੇ ਅੰਡਰ ਉਹ ਆਪਰੇਸ਼ਨ ਕੀਤਾ ਗਿਆ ਬਲੈਕ ਥੰਡਰ 2। 18 ਤਰੀਕ ਤੱਕ करीब 20 टेररिस्ट मारे गए दरबार साहब। वो वक्त भी देखा है, तारीख हिस्ट्री की नज़रों ने, लम्हों ने खता की थी, सदियों ने सज़ा पाई। तो की होया सी पंजाब के अंदर गलतियां थोड़े जे बंदियां दियां सन और शायद थोड़ी देर ਲਈ सन, पर ਉਹਦੀ ਜਿਹੜੀ ਸਜ਼ਾ ਸੀ ਉਹ ਪੰਜਾਬ ਦੇ ਲੋਕਾਂ ਨੂੰ ਬਹੁਤ ਦੇਰ ਲਈ ਮਿਲੀ, ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਅਨਫੇਅਰ ਸੀ। ਪੰਜਾਬ ਦੇ ਲੋਕ ਇਸ ਤਰ੍ਹਾਂ ਦਾ ਟ੍ਰੀਟਮੈਂਟ ਡਿਜ਼ਰਵ ਨਹੀਂ ਕਰਦੇ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਚਰਚਾ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਆਪਰੇਸ਼ਨ ਬਲੈਕ ਥੰਡਰ 1 ਤੇ 2 ਤੱਕ ਦੀ। ਉਸ ਦੇ ਅੰਦਰਲੇ ਹਾਲਾਤ ਕਿਵੇਂ ਰਹਿੰਦੇ ਨੇ, ਕਿਵੇਂ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਹੋਇਆ। ਅਸੀਂ ਵੱਖ-ਵੱਖ ਪਹਿਲੂ ਉੱਤੇ ਪਹਿਲਾਂ ਆਪਣੇ ਐਪੀਸੋਡ 'ਚ ਚਰਚਾ ਕੀਤੀ ਆ, ਕਿਉਂਕਿ ਸਾਬਕਾ DGP SS ਵਿਰਕ ਸਾਡੇ ਨਾਲ ਚਰਚਾ ਕਰ ਰਹੇ ਆ। ਸਾਰੇ ਤਮਾਮ ਉਹਨਾਂ ਜਿਹੜੇ ਉਸ ਸਮੇਂ ਦੇ ਬਣੇ ਹੋਏ ਹਾਲਾਤ ਸੀ ਉਹਨਾਂ ਉੱਤੇ, ਕਿਉਂਕਿ ਅੰਮ੍ਰਿਤਸਰ SSB ਤੌਰ 'ਤੇ ਇਹਨਾਂ ਨੇ ਉਹ ਭੂਮਿਕਾ ਨਿਭਾਈ ਸੀ ਜਦ ਸਰਬੱਤ ਖਾਲਸਾ ਹੁੰਦਾ। ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ 1 ਤੇ 2 ਹੁੰਦਾ। ਪਹਿਲੇ ਐਪੀਸੋਡ ਦੇ ਵਿੱਚ ਅਸੀਂ ਬਲੂ ਸਟਾਰ ਦੇ ਉੱਤੇ ਚਰਚਾ ਕੀਤੀ, ਹਾਲਾਤ ਕਿ ਕਿਸ ਤਰੀਕੇ ਨਾਲ ਵਿਸਫੋਟਕ ਬਣਦੇ ਜਾ ਰਹੇ ਸੀ। ਉਸ ਉੱਤੇ ਹਾਲਾਤਾਂ ਦੇ ਉੱਤੇ ਕੰਟੀਨਿਊ ਚਰਚਾ ਜਿਹੜੀ ਆ ਉਹ ਜਾਰੀ ਰੱਖਾਂਗੇ। ਸਾਡੇ ਨਾਲ ਵਿਰਕ ਸਾਹਿਬ ਮੌਜੂਦ ਆ। ਵਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਅੱਛਾ, ਉਹ ਜਦੋਂ ਸਰਬੱਤ ਖਾਲਸਾ ਹੋ ਗਿਆ, ਪੰਥਕ ਕਮੇਟੀ ਬਣ ਗਈ ਅਤੇ ਹਿੰਸਾ ਬਹੁਤ ਜ਼ਿਆਦਾ ਵੱਧ ਗਈ। ਵਾਰਦਾਤਾਂ ਦੇ ਵਿੱਚ ਨੰਬਰ ਬਹੁਤ ਜ਼ਿਆਦਾ ਹੋ ਗਿਆ। ਛੋਟੇ ਛੋਟੇ ਗਰੁੱਪ ਬਹੁਤ ਜ਼ਿਆਦਾ ਉਹਨਾਂ ਦਾ ਨੰਬਰ ਹੋ ਗਿਆ। ਬਹੁਤ ਜ਼ਿਆਦਾ ਖਾੜਕੂ ਸਿੰਘ ਦਰਬਾਰ ਸਾਹਿਬ ਦੇ ਅੰਦਰਲੇ ਕਮਰਿਆਂ ਦੇ ਵਿੱਚ ਆ ਗਏ। ਉਸੇ ਤਰ੍ਹਾਂ ਸਰਾਂ ਦੇ ਕਮਰੇ, ਗੁਰੂ ਨਾਨਕ ਨਿਵਾਸ, ਉਹਨਾਂ ਸਾਰਿਆਂ ਕਮਰਿਆਂ ਦੇ ਅੰਦਰ ਖਾੜਕੂ ਬੈਠ ਗਏ। ਸਵਾਲ ਵੱਡਾ ਇਹ ਵੀ ਆਉਂਦਾ ਹੈ, ਜਿਸ ਤਰੀਕੇ ਨਾਲ ਸ਼ੁਰੂ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਕਿੱਥੇ ਸੀ, ਜਿਹੜੇ ਅੱਜ ਦੇ ਅਕਾਲੀਆਂ ਦੇ ਜਿਹੜੇ ਲੀਡਰ ਸੀ, ਬਾਕੀ ਹੋਰ ਕਿੱਥੇ ਸੀ, ਟੋੜੇ ਹੋਣੀ ਕਿੱਥੇ ਸੀ? ਸਾਰੇ ਨਹੀਂ, ਉੱਥੇ ਕੀ ਸੀ ਜੀ, ਉਸ ਵੇਲੇ ਬਰਨਾਲਾ ਸਾਹਿਬ ਮੁੱਖ ਮੰਤਰੀ ਸਨ ਅਤੇ ਨਾਲ ਟੌੜਾ ਸਾਹਿਬ ਉਹਨਾਂ ਦੇ ਨਾਲ ਸਨ। ਬਾਦਲ ਸਾਹਿਬ ਮੰਤਰੀ ਮੰਡਲ 'ਚ ਨਹੀਂ ਸੀ ਆਏ ਅਤੇ ਸਭ ਤੋਂ ਮੁੱਖ ਮੰਤਰੀ ਤੋਂ ਬਾਅਦ ਸਰਦਾਰ ਬਲਵੰਤ ਸਿੰਘ ਨੰਬਰ 2 ਦੇ ਉੱਤੇ ਮੰਤਰੀ ਸਨ ਅਤੇ ਉਸੇ ਤਰ੍ਹਾਂ ਨਾਲ BJP ਦੇ ਲੀਡਰ ਜਿਹੜੇ ਸੀ ਉਹ ਵੀ ਜੁਆਇਨ ਕੀਤੇ ਅਤੇ ਬਾਦਲ ਸਾਹਿਬ ਨੂੰ ਮੰਤਰੀ ਮੰਡਲ 'ਚ ਨਹੀਂ ਸੀ ਲਿਆ ਗਿਆ ਅਤੇ ਬਾਦਲ ਸਾਹਿਬ ਫਿਰ ਇੱਕ ਬਾਗੀ ਧੜਾ ਲੀਡ ਕਰਨ ਲੱਗ ਪਏ ਸੀ। ਇਹਨਾਂ ਨੇ ਫਿਰ ਕਰੀਬ ਸਾਲ ਡੇਢ ਸਾਲ ਬਾਅਦ ਜਦੋਂ ਟੈਰਰਿਜ਼ਮ ਬਹੁਤ ਕੰਟਰੋਲ ਨਹੀਂ ਹੋਇਆ 87 ਦੇ ਵਿੱਚ, ਦੇਖੋ ਸਤੰਬਰ 1985 'ਚ ਸਰਕਾਰ ਨੂੰ ਸਹੁੰ ਚੁਕਾਈ ਗਈ ਸੀ ਅਤੇ ਮਈ 87 ਦੇ ਵਿੱਚ ਮੇਰੇ ਖਿਆਲ ਹੈ ਫਿਰ ਦੁਬਾਰਾ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਗਿਆ। ਅਸੈਂਬਲੀ ਭੰਗ ਕਰ ਦਿੱਤੀ ਗਈ, ਉਹਨੂੰ ਸਸਪੈਂਡਡ ਐਨੀਮੇਸ਼ਨ 'ਚ ਰੱਖਿਆ ਅਤੇ ਉਸ ਤੋਂ ਬਾਅਦ ਬਾਦਲ ਸਾਹਿਬ ਵਿਰੋਧੀ ਧੜੇ ਨੂੰ ਲੀਡ ਕਰਨ ਲੱਗ ਪਏ। ਜਥੇਦਾਰ ਟੌੜਾ ਪਹਿਲਾਂ ਬਰਨਾਲਾ ਸਾਹਿਬ ਨਾਲ ਸਨ, ਬਾਅਦ ਦੇ ਵਿੱਚ ਫਿਰ ਉਹ ਅਕਾਲੀ ਦਲ ਨਾਲ ਚਲੇ ਗਏ ਬਾਦਲ ਸਾਹਿਬ ਨਾਲ ਅਤੇ ਫਿਰ ਇਹਨਾਂ ਨੇ ਰਲ ਕੇ ਗੌਰਮੈਂਟ ਨੂੰ ਮਤਲਬ SGPC ਖੋਲ੍ਹੀ। SGPC ਤੋਂ ਜ਼ਿਆਦਾ ਮੈਂਬਰ ਬਾਦਲ ਸਾਹਿਬ ਨਾਲ ਚਲੇ ਗਏ। ਉਸ ਤੋਂ ਬਾਅਦ ਫਿਰ ਬਾਦਲ ਧੜਾ ਜਿਹੜਾ ਸੀ SGPC ਪੋਲੀਟਿਕਸ ਬਰਨਾਲਾ ਧੜੇ ਦੇ ਉੱਤੇ ਹਾਵੀ ਹੋ ਗਿਆ
ਸਰ ਜਦ ਤੁਸੀਂ ਜਦ ਜਲੰਧਰ ਤੋਂ ਬਦਲ ਕੇ ਜਦ ਅੰਮ੍ਰਿਤਸਰ ਜਾਂਦੇ ਹੋ ਐਸਐਸਪੀ ਅੰਮ੍ਰਿਤਸਰ ਜੁਆਇਨ ਕਰਦੇ ਹੋ ਕਿਉਂਕਿ ਉਹ ਐਸੀ ਜਗ੍ਹਾ ਸੀ ਜਿੱਥੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਹਾਲਾਤ ਵਿਸਫੋਟਕ ਜ਼ਿਆਦਾ ਹੋਣੇ ਆ ਉੱਥੇ ਦੇ ਕਿਵੇਂ ਸਥਿਤੀ ਕਿਵੇਂ ਦੀ ਸੀ ਸਰ? ਨਹੀਂ ਦੇਖੋ ਇੱਦਾਂ ਹੈ, ਹਾਲਾਤ ਚੈਲੰਜ ਸਨ। ਦੇਖੋ ਹੁਣ ਅੰਮ੍ਰਿਤਸਰ ਦਾ ਜਿਹੜਾ ਹੈ ਜ਼ਿਲ੍ਹੇ ਦੇ 3 ਹਿੱਸੇ ਹੋਏ ਆ। ਤਰਨ ਤਾਰਨ ਵੱਖਰਾ ਹੈ, ਮਜੀਠਾ ਵੱਖਰਾ ਹੈ ਅਤੇ ਅੰਮ੍ਰਿਤਸਰ ਸਿਟੀ ਵੱਖਰਾ ਹੈ। ਉਦੋਂ ਇਹ ਇੱਕੋ ਜ਼ਿਲ੍ਹਾ ਸੀ ਅਤੇ ਕਾਫੀ ਵੱਡਾ ਜ਼ਿਲ੍ਹਾ ਸੀ ਅਤੇ ਮਤਲਬ ਪਰ ਠੀਕ ਸੀ। ਉਹਨੂੰ ਜਿਹੜਾ ਨੋਰਮਲ ਹੁੰਦਿਆਂ ਹੋਇਆਂ ਵੀ ਟੈਨਸ਼ਨ ਜ਼ਰੂਰ ਰਹਿੰਦੀ ਸੀ ਕਿਉਂਕਿ ਮਿਕਸਡ ਪਾਪੂਲੇਸ਼ਨ ਸੀ। ਬਾਅਦ ਦੇ ਵਿੱਚ ਹਿੰਦੂਆਂ ਦੇ ਉੱਤੇ ਹਿੰਦੂਆਂ ਦੀ ਟਾਰਗੇਟਿੰਗ ਹੋਣ ਲੱਗ ਪਈ। ਫਿਰ ਬਹੁਤ ਸਾਰੇ ਹਿੰਦੂ ਜਿਹੜੇ ਸੀ ਪੰਜਾਬ ਤੋਂ ਬਾਹਰ ਨਿਕਲ ਕੇ ਅਤੇ ਪੰਜਾਬ ਤੋਂ ਬਾਹਰ ਕਰਨਾਲ, ਹਰਿਆਣਾ ਇਹਨਾਂ ਇਲਾਕਿਆਂ 'ਚ ਸ਼ਿਫਟ ਕਰ ਗਏ। ਪਰ ਸਾਡੀ ਕੋਸ਼ਿਸ਼ ਹੈ ਸੀ ਕਿ ਪੰਜਾਬ ਦਾ ਹਿੰਦੂ ਬਾਹਰ ਨਾ ਜਾਵੇ। ਮਿਸਿਸ ਗਾਂਧੀ ਦੀ ਉਦੋਂ ਤੱਕ ਹੱਤਿਆ ਹੋ ਚੁੱਕੀ ਸੀ 84 31 ਅਕਤੂਬਰ ਤੱਕ। ਉਹ ਦੰਗਿਆਂ ਨਾਲ ਪ੍ਰਭਾਵਿਤ ਜਿਹੜੇ ਸਿੱਖ ਸੀ ਉਹ ਵੀ ਇੱਧਰ ਆਉਣ ਲੱਗ ਪਏ ਸੀ। ਸੋ ਸਾਡੀ ਕੋਸ਼ਿਸ਼ ਹੈ ਸੀ ਵੀ ਬਾਹਰਲਾ ਸਿੱਖ ਪੰਜਾਬ 'ਚ ਨਾ ਆਵੇ ਔਰ ਪੰਜਾਬ ਦਾ ਹਿੰਦੂ ਬਾਹਰ ਨਾ ਜਾਵੇ। ਅਤੇ ਅਸੀਂ ਉਨੀ ਕੁ ਸਿਕਿਉਰਿਟੀ ਅਸੀਂ ਪੂਰਾ ਜ਼ੋਰ ਲਾ ਰਹੇ ਸਾਂ ਵੀ ਦਈਏ। ਪਰ ਹਾਲਾਤ ਫਿਰ ਵੀ ਬੜੇ ਔਖੇ ਸਨ। ਸਰਬੱਤ ਖਾਲਸੇ ਤੋਂ ਬਾਅਦ ਅਕਾਲੀ ਦਲ ਨੇ ਆਪਣੀਆਂ ਕਾਊਂਟਰ ਮੀਟਿੰਗਸ SGPC ਵੱਲੋਂ ਕਰਵਾ ਕੇ ਅਨੰਦਪੁਰ ਸਾਹਿਬ ਦੇ ਅੰਦਰ ਉਹਨਾਂ ਨੇ ਜਿਹੜੀਆਂ ਮਿਲੀਟੈਂਟਸ ਵੱਲੋਂ ਸਰਬੱਤ ਖਾਲਸਾ ਦੇ ਵਿੱਚ ਪਾਸ ਕੀਤੇ ਹੋਏ ਰੈਜ਼ੋਲੂਸ਼ਨ ਸਨ ਉਹ ਸਾਰੇ ਦੇ ਸਾਰੇ ਉਹਨਾਂ ਨੇ ਰਿਜੈਕਟ ਕਰ ਦਿੱਤੇ ਔਰ ਉਹ SGPC ਦੀ ਮੀਟਿੰਗਸ ਦੇ ਮਿਨਟਸ ਦੇ ਵਿੱਚ ਆ ਗਏ ਕਿ ਇਹ ਸਾਰਾ ਕੁਝ ਜਿਹੜਾ ਅਸੀਂ ਇਲੈਕਟਿਡ ਬਾਡੀਆਂ ਸਿੱਖ ਧਰਮ ਦੀ ਅਤੇ ਅਸੀਂ ਇਹਨਾਂ ਮਿਲੀਟੈਂਟਸ ਗਲਤ ਅਨਸਰਾਂ ਵੱਲੋਂ ਪਾਸ ਕੀਤੇ ਹੋਏ ਰੈਜ਼ੋਲੂਸ਼ਨ ਜਿਹੜੇ ਨੇ ਉਹ ਰਿਜੈਕਟ ਕਰਦੇ ਹਾਂ। ਉਹ ਫਿਰ ਇਹਨਾਂ ਨੇ ਆਪਣੀ ਕਾਊਂਟਰ ਮੀਟਿੰਗਸ ਕਰਕੇ ਉਹ ਸਾਰਾ ਕੁਝ ਰਿਜੈਕਟ। ਤੁਹਾਡੀ ਕਦੇ ਬਰਨਾਲਾ ਸਾਹਿਬ ਨਾਲ ਤੁਸੀਂ ਉਸ ਸਮੇਂ ਦੇ SSPC ਦੇ ਬਰਨਾਲਾ ਸਾਹਿਬ ਨਾਲ ਗੱਲਬਾਤ ਹੁੰਦੀ ਸੀ, ਦੱਸਿਆ ਉਹਨਾਂ ਨੂੰ ਹਾਲਾਤਾਂ ਤੋਂ, ਜਾਂ ਕੀ ਉਹ ਐਕਸ਼ਨ ਲੈਣ ਲਈ ਕਦੇ ਕਹਿੰਦੇ ਸੀ ਜਾਂ ਫਿਰ ਠੰਡੇ ਵਾਸਤੇ ਕਹਿੰਦੇ ਵੀ ਨਹੀਂ ਯਾਰ ਆਪਾਂ ਆਪਣੀ ਸੀਟ? ਦੇਖੋ ਇੱਦਾਂ ਸੀ ਵੀ ਉਹ ਇੱਕ ਬੜੇ ਅੱਛੇ ਇਨਸਾਨ ਸਨ, ਇੱਕ ਸਾਫ ਸੁਥਰੀ ਛਵੀ ਵਾਲੇ ਔਰ ਇੱਕ ਨੇਕ ਇਨਸਾਨ ਸਨ। ਦੇਖੋ ਨੇਕ ਇਨਸਾਨ ਜਿਹੜਾ ਹੁੰਦਾ ਕਈ ਵਾਰੀ ਬਹੁਤ ਜ਼ਿਆਦਾ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਕਰਦਾ ਹੈ ਅਤੇ ਉਹਨਾਂ ਦੇ ਇੱਕ ਚੰਗਾ ਸਿੱਖ ਹੋਣ ਦੇ ਨਾਤੇ ਉਹ ਬਹੁਤ ਸਟਰੋਂਗ ਸਟੈਪ ਨਹੀਂ ਸੀ ਲੈਣਾ ਚਾਹੁੰਦੇ। ਅੱਛਾ, ਦੂਸਰਾ ਇੱਥੇ ਦੇ ਜੋ ਹਾਲਾਤ ਸਨ ਉਹਦੇ ਮੁਤਾਬਕ ਕਈ ਵਾਰੀ ਤੁਹਾਨੂੰ ਸਖਤ ਸਟੈਂਡ ਲੈਣਾ ਪੈਂਦਾ ਹੈ। ਉਸ ਵੇਲੇ ਇਹ ਚੱਲ ਰਿਹਾ ਸੀ ਵੀ ਖਬਰ ਆਈ ਵੀ ਅੰਦਰੋਂ ਖਾਲਿਸਤਾਨ ਦੀ ਡੈਕਲੇਰੇਸ਼ਨ ਪੰਥਕ ਕਮੇਟੀ ਕਰ ਸਕਦੀ ਹੈ। ਉਹਦੀਆਂ ਰਿਪੋਰਟਾਂ ਵੀ ਭੇਜੀਆਂ ਗਈਆਂ ਪਰ ਉਹ ਮੰਨੀ ਨਹੀਂ ਗਈ ਗੱਲ। ਅਲਟੀਮੇਟਲੀ 29 ਅਪ੍ਰੈਲ ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦਰਬਾਰ ਸਾਹਿਬ ਤੋਂ ਪੰਥਕ ਕਮੇਟੀ ਦੇ ਨੁਮਾਇੰਦਿਆਂ ਨੇ ਕਰਤੀ। ਫਿਰ 30 ਤਰੀਕ ਨੂੰ ਇਹ ਸਾਰਾ 29 ਮਈ ਕਿੰਨਾ 29 ਅਪ੍ਰੈਲ 1986 ਉਸ ਵੇਲੇ ਫਿਰ ਇਹ ਰਾਤ ਨੂੰ ਹੋਇਆ ਜੀ ਵੀ ਐਕਸ਼ਨ ਲਿਆ ਜਾਏ। ਅੱਛਾ, ਮੈਂ ਦੱਸਿਆ ਜੀ ਵੀ ਇਹ ਸਾਰਾ ਕੁਝ ਤੁਹਾਨੂੰ ਦੱਸਿਆ ਸੀ, ਉਦੋਂ ਮੰਨੇ ਨਹੀਂ ਪਰ ਅਸੀਂ ਪ੍ਰੀਵੈਂਟ ਕਰ ਸਕਦੇ ਸੀ। ਕਹਿੰਦੇ ਨਹੀਂ ਹੁਣ ਕਰੀਏ, ਕੁਛ ਕਰੀਏ। ਇਹ ਫਿਰ ਆਪਰੇਸ਼ਨ ਬਲੈਕ ਥੰਡਰ 1 ਲਾਂਚ ਕੀਤਾ ਗਿਆ ਅਗਲੇ ਦਿਨ 30 ਨੂੰ। ਆਰਮੀ ਦਾ ਕੋਰਸ ਸੀ ਜਾਂ ਪੁਲਿਸ ਦਾ ਕੋਰਸ? ਉਹਦੇ 'ਚ ਜ਼ਿਆਦਾ ਕੰਮ ਪੁਲਿਸ ਦਾ ਸੀ ਅਤੇ ਪੰਜਾਬ ਪੁਲਿਸ, ਕੁਝ CRP ਇਨਵੋਲਵਡ ਸੀ। ਅਤੇ ਰਾਤ ਨੂੰ ਹਨੇਰਾ ਪੈਣ ਤੋਂ ਬਾਅਦ ਲਾਈਟਸ ਆਫ ਕਰ ਦਿੱਤੀਆਂ ਗਈਆਂ। NSG ਦੇ ਕਮਾਂਡੋਜ਼ ਆਏ ਅਤੇ ਉਹਨਾਂ ਨੇ ਫਾਇਰਿੰਗ ਨਹੀਂ ਕੀਤੀ, ਸਿਰਫ ਸਟਨ ਗ੍ਰੇਨੇਡਸ ਔਰ ਸਟਨ ਬੁਲੇਟਸ ਉਹ ਫਾਇਰ ਕੀਤੇ ਜਿਹਦੇ ਵਿੱਚ ਗੋਲੀ ਨਹੀਂ ਜਾਂਦੀ, ਸਿਰਫ ਆਵਾਜ਼ ਆਉਂਦੀ ਹੈ। ਆਪਰੇਸ਼ਨ ਬਲੈਕ ਥੰਡਰ 1 ਜਿਹੜਾ ਸ਼ੁਰੂ ਹੁੰਦਾ ਹੈ ਉਹ ਉਸ ਤੋਂ ਪਹਿਲਾਂ ਕੀ ਉਹਨਾਂ ਨਾਲ ਜਿਹੜੇ ਅੰਦਰ ਸੀਗੇ ਮਿਲੀਟੈਂਸੀ ਜਾਂ ਖਾੜਕੂ ਜੋ ਵੀ ਅੰਦਰ ਸੀ ਉਹਨਾਂ ਨਾਲ ਕੀ ਤੁਸੀਂ ਸੰਪਰਕ ਕੀਤਾ, ਗੱਲ ਕੀਤੀ? ਅਸੀਂ ਸੰਪਰਕ ਨਹੀਂ ਸੀ ਕੀਤਾ ਕਿਉਂਕਿ ਖਾਲਿਸਤਾਨ ਦੀ ਡੈਕਲੇਰੇਸ਼ਨ ਇੱਕ ਸੀਰੀਅਸ ਚੀਜ਼ ਸੀ ਅਤੇ ਗੌਰਮੈਂਟ ਨੇ ਰਾਜ ਦੀ ਮੰਗ, ਮਤਲਬ ਪੰਜਾਬ ਨੂੰ ਤੋੜ ਕੇ ਵੱਖਰਾ ਰਾਜ। ਅਤੇ ਉਹ ਉਹਨਾਂ ਦੇ ਕਮਾਂਡੋਜ਼ ਆਏ, ਉਹਨਾਂ ਨੇ ਆ ਕੇ ਰਾਤ ਨੂੰ ਹਨੇਰਾ ਪੈਣ ਤੋਂ ਬਾਅਦ ਅੰਦਰ ਵੜੇ ਅਤੇ ਸਵੇਰੇ 4 ਵਜੇ ਉਹਨਾਂ ਨੇ ਆ ਕੇ ਸਾਨੂੰ ਦੱਸਤਾ। ਮੈਂ ਅਤੇ ਡਿਪਟੀ ਕਮਿਸ਼ਨਰ ਰਮੇਸ਼ਿੰਦਰ ਸਨ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੋਲਡਨ ਟੈਂਪਲ ਦਾ ਚਾਰਜ ਦੇ ਕੇ ਜਾ ਰਹੇ ਹਾਂ। ਅੱਛਾ, ਅਸੀਂ ਕਿਹਾ ਜੀ ਠੀਕ ਹੈ, ਸਾਨੂੰ ਚਾਰਜ ਦੇ ਦਿਓ, ਤੁਸੀਂ ਜਾਓ। ਉਹ ਇਹ ਸੀ ਉਹਨਾਂ ਨੂੰ ਇੰਸਟਰਕਸ਼ਨ ਸਨ ਵੀ ਤੁਸੀਂ ਰਾਤ ਨੂੰ ਆਪਰੇਟ ਕਰਨਾ ਔਰ ਉਸ ਤੋਂ ਬਾਅਦ ਤੁਸੀਂ ਚਲੇ ਜਾਣਾ। ਉਸ ਸਵੇਰੇ ਹਨੇਰੇ
ਦੇ ਵਿੱਚ ਹੀ ਉਹ ਚਲੇ ਗਏ। ਉਹਨੇ ਕੀ ਆਪਰੇਟ ਕੀ ਕੀਤਾ ਉਹਨਾਂ ਨੇ ਕਿਸ ਨਹੀਂ, ਉਹਨਾਂ ਨੇ ਫਾਇਰਿੰਗ ਸਟਨ ਗ੍ਰੇਨੇਡ ਵੀ ਅੰਦਰ ਹਥਿਆਰ ਹੈਗੇ ਆ, ਪਰ ਅੰਦਰੋਂ ਹਥਿਆਰਾਂ ਵਾਲੀ ਕੋਈ ਆਵਾਜ਼ ਨਹੀਂ ਆਈ, ਕੋਈ ਅੱਗੋਂ ਮੁਕਾਬਲੇ 'ਚ ਫਾਇਰਿੰਗ ਨਹੀਂ ਹੋਈ। ਉਹ ਫਿਰ ਸਵੇਰੇ 4 ਵਜੇ ਚਲੇ ਗਏ। ਮੈਂ ਤੇ ਰਮੇਸ਼ਿੰਦਰ ਸਿੰਘ ਹੋਰੀ ਅਸੀਂ ਜੁੱਤੀਆਂ ਵਗੈਰਾ ਬਾਹਰ ਲਾ ਕੇ ਹੱਥ ਪੈਰ ਧੋ ਕੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ। ਅਸੀਂ ਪੋਲਟਾਫੋਨ ਦੇ ਉੱਤੇ ਮੁੰਡੇ ਜਿਹੜੇ ਸੀ ਨੌਜਵਾਨ ਇਹ ਇਕੱਠੇ ਹੋ ਕੇ ਤੇ ਪਰਿਕਰਮਾ ਤੋਂ ਨਿਕਲ ਕੇ ਅੰਦਰ ਹਰਿਮੰਦਰ ਸਾਹਿਬ ਦੇ ਵਿੱਚ ਚਲੇ ਗਏ ਸਨ। ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਡਿਊਟੀ 'ਚ ਆਓ, ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਅੱਛਾ, ਉਹਨਾਂ ਦੇ ਕੁਝ ਮੁੰਡੇ ਆ ਕੇ ਗੱਲ ਕੀਤੀ ਉਹਨਾਂ ਨੇ ਸਾਡੇ ਨਾਲ। ਫਿਰ ਉਹਨਾਂ ਨੇ ਕਿਹਾ ਜੀ ਵੀ ਸਾਡਾ ਇਸ ਤਰ੍ਹਾਂ ਹੈ ਵੀ ਤੁਹਾਡੇ 'ਤੇ ਵਿਸ਼ਵਾਸ ਨਹੀਂ ਹੈ। ਤੇ ਉਹ ਨੌਜਵਾਨ ਮੁੰਡੇ ਸਨ ਜੀ, ਉਹਨਾਂ ਦੇ ਅਸੀਂ ਵੀ ਨਹੀਂ ਪੁੱਛਿਆ ਕੌਣ। ਤੇ ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਸਰਾ ਗੁਰਦੇਵ ਸਿੰਘ ਕਾਉਂਕੇ ਉਹ ਵੀ ਅੰਦਰ ਸਨ। ਉਹ ਦੇਖੋ ਬਹੁਤ ਅੱਛਾ ਇਨਸਾਨ ਸੀ, ਉਹ ਮਤਲਬ ਚੰਗੇ ਇਨਸਾਨ ਸਨ। ਮੈਂ ਉਹਨਾਂ ਨਾਲ ਵਰਤ ਕੇ ਦੇਖਿਆ, ਉਹ ਬੜੇ ਪ੍ਰੈਕਟੀਕਲ ਜਿਹੇ ਸੀ ਔਰ ਕੋਈ ਵੀ ਚੀਜ਼ ਗਲਤ ਹੁੰਦੀ ਹੋਵੇ ਤਾਂ ਉਹਨੂੰ ਗਲਤ ਠੀਕ ਕਰਦੇ ਸੀ। ਅੱਛਾ, ਉਹ ਕਹਿਣ ਲੱਗੇ ਜੀ ਵੀ ਵਿੱਚ ਕੋਈ ਬੰਦਾ ਪਾਓ। ਅਸੀਂ ਤੇ ਸੋਚਣ ਲੱਗੇ ਕਿ ਉਹ ਫਿਰ ਮੁੰਡਿਆਂ ਵੱਲੋਂ ਸੁਜੈਸ਼ਨ ਆਈ ਕਿ ਗਿਆਨੀ ਪੂਰਨ ਸਿੰਘ ਹੋਰਾਂ ਨਾਲ ਗੱਲ ਕਰੋ, ਉਹ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ। ਅਸੀਂ ਫਿਰ ਉਹਨਾਂ ਨਾਲ ਸੰਪਰਕ ਕੀਤਾ। ਉਹ ਕਹਿੰਦੇ ਵੀ ਇੱਦਾਂ, ਮੈਂ ਜਾ ਕੇ ਗੱਲ ਕਰਦਾ। ਉਹਨਾਂ ਫਿਰ ਪਹਿਲਾਂ ਉਹਨਾਂ ਨਾਲ ਕੀਤੀ, ਫਿਰ ਸਾਡੇ ਨਾਲ ਕੀਤੀ। ਅਸੀਂ ਉਹਨਾਂ ਨੂੰ ਦੱਸਿਆ ਜੀ ਵੀ ਅਸੀਂ ਕਿਸੇ ਨੂੰ ਕੋਈ ਹੈਰਸ ਕਰਨ ਦੇ ਵਿੱਚ ਇੰਟਰਸਟਿਡ ਨਹੀਂ ਆ। ਜਿਹੜੇ ਕੋਈ ਕੇਸਾਂ 'ਚ ਵਾਂਟਿਡ ਹੋਣਗੇ ਉਹਨਾਂ ਨੂੰ ਅਸੀਂ ਰੱਖਾਂਗੇ, ਬਾਕੀਆਂ ਨੂੰ ਅਸੀਂ ਸ਼ਾਮ ਤੱਕ ਛੱਡ ਦਿਆਂਗੇ। ਅਤੇ ਉਹਨਾਂ ਨੂੰ ਸਾਰਿਆਂ ਨੂੰ ਕਹੋ ਵੀ ਇੱਕ ਵਾਰੀ ਆ ਕੇ ਸਰੈਂਡਰ ਕਰ ਦੇਣ। ਅਤੇ 300-400 ਮੁੰਡੇ ਉਹ ਫਿਰ ਐਗਰੀ ਕਰ ਗਏ ਸਰੈਂਡਰ ਕਰਨ ਲਈ। ਇਹ ਬਾਹਰ ਆਏ, ਫਿਰ ਇਹਨਾਂ ਨਾਲ ਅਸੀਂ ਬੱਸਾਂ ਮੰਗਵਾ ਲਈਆਂ ਸੀ। ਅਸੀਂ ਉਹਦੇ ਲਿਜਾ ਕੇ ਇਹਨਾਂ ਦੀਆਂ ਜਿਹੜੇ ਕੇਸਾਂ 'ਚ ਇਨਵੋਲਵ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਲਈਆਂ। ਦੂਜਿਆਂ ਦਾ ਵੈਰੀਫਾਈ ਕਰਕੇ ਅਸਲਾ ਮਿਲਿਆ ਅੰਦਰੋਂ ਨਾਲ? ਨਹੀਂ ਜੀ, ਅਸਲਾ ਕੁਛ ਨਹੀਂ ਮਿਲਿਆ। ਔਰ ਮੇਰੇ ਖਿਆਲ ਵੀ ਉਹ ਇੱਧਰ ਉੱਧਰ ਹੋ ਗਿਆ ਹੋਏਗਾ ਉਦੋਂ ਤੱਕ, ਕਿਉਂਕਿ ਟਾਈਮ ਹੈਗਾ ਸੀ। ਤੇ ਕੇਵਲ ਯੰਗਸਟਰ ਮੁੰਡੇ ਹੀ ਸੀ ਜਾਂ ਕੋਈ ਬੱਚੇ ਜਾਂ ਨਾਲ ਜਿਵੇਂ ਉਸ ਟਾਈਮ ਦੇ 1900 ਜਿਹੜਾ ਆਪਰੇਸ਼ਨ ਬਲੂ ਸਟਾਰ ਲੇਡੀਜ਼ ਵੀ ਨਾਲ ਸੀ? ਕੁਝ ਲੇਡੀਜ਼ ਨਹੀਂ ਸਨ। ਤੇ ਜਥੇਦਾਰ ਕਾਉਂਕੇ ਵੀ ਨਾਲ ਆਏ, ਉਹਨਾਂ ਨੇ ਵੀ ਗ੍ਰਿਫਤਾਰੀ ਦਿੱਤੀ। ਤੇ ਕੁਝ ਚਿਰ ਬਾਅਦ ਉਹ ਬੇਲ ਆਊਟ ਹੋ ਗਏ। ਤੇ ਮਤਲਬ ਉਸ ਤਰ੍ਹਾਂ ਤੁਸੀਂ ਪਹਿਲਾਂ ਜਿਹੜਾ ਬਲੈਕ ਥੰਡਰ ਆ ਉਹਦੇ ਉੱਤੇ ਮਤਲਬ ਆਪਰੇਸ਼ਨ ਖਤਮ ਹੋ ਗਿਆ। ਅੱਛਾ, ਉਦੋਂ ਤੱਕ ਇੱਕ ਹੋਰ ਚੀਜ਼ ਜਿਹੜੀ ਚੰਗੀ ਹੋਈ ਸੀ ਉਹ ਅਸੀਂ ਵੀ 28 ਮਾਰਚ ਨੂੰ 1986 ਨੂੰ ਰਿਬੇਰੋ ਸਾਹਿਬ ਨੇ ਪੰਜਾਬ ਦੇ DGP ਦਾ ਚਾਰਜ ਲੈ ਲਿਆ ਸੀ। ਉਹ ਇੱਕ ਚੰਗੇ ਐਫੀਸ਼ੀਐਂਟ ਔਰ ਬੜੇ ਐਕਸਪੀਰੀਅੰਸਡ ਅਫਸਰ ਸਨ। ਉਹਨਾਂ ਨੇ ਫਿਰ ਸਾਰੀ ਪ੍ਰੋਬਲਮ ਵਾਪਸ ਭੇਜ ਦਿੱਤਾ ਗਿਆ ਸੀ? ਕੌਣ ਜੀ? ਨਹੀਂ, ਜਦੋਂ ਇਹ ਅਕਾਲੀ ਗੌਰਮੈਂਟ ਬਣੀ ਹੈ ਇਹਨਾਂ ਨੇ ਜ਼ਿਆਦਾ ਅਫਸਰ ਜਿਹੜੇ ਸੀ ਵਾਪਸ ਭੇਜਦੇ ਸੀ, ਕਿਉਂਕਿ ਮੇਰਾ ਡਿਊਰੇਸ਼ਨ 2 ਸਾਲ ਦੀ ਸੀ। ਇਸ ਕਰਕੇ ਮੈਂ ਰੁਕਿਆ ਸੀ। ਮੇਰੇ ਵੀ 2 ਸਾਲ ਮੁੱਕਣ ਤੋਂ ਬਾਅਦ ਮੇਰੇ ਖਿਆਲ 'ਚ ਮੈਨੂੰ ਵੀ ਭੇਜ ਦੇਣਾ ਸੀ। ਅਤੇ ਉਹ ਫਿਰ ਰਿਬੇਰੋ ਸਾਹਿਬ ਆ ਗਏ ਅਤੇ ਇੱਕ ਵਿਉਂਤਬੰਦ ਤਰੀਕੇ ਨਾਲ ਉਹ ਸਾਰਾ ਪਲੈਨਿੰਗ ਕਰਕੇ ਫਿਰ ਉਹ ਅੱਤਵਾਦ ਨਾਲ ਜਿਹੜੀ ਲੜਾਈ ਲੜਨ ਦੀ ਜਿਹੜੀ ਉਹ ਸਾਰੀ ਪਲੈਨਿੰਗ ਸੀ ਉਹ ਰਿਬੇਰੋ ਸਾਹਿਬ ਨੇ ਤਿਆਰ ਕੀਤੀ। ਉਹਦੇ ਅੰਦਰ ਫਿਰ ਦੁਬਾਰਾ ਸੈਂਟਰਲ ਮਿਲਟਰੀ ਪੈਰਾਮਿਲਟਰੀ ਫੋਰਸਿਸ ਲਿਆਂਦੀਆਂ ਗਈਆਂ। KPS ਗਿੱਲ ਸਾਹਿਬ ਨੂੰ CRP ਦੇ IG ਬਣਾਇਆ ਗਿਆ। ਮੈਂ ਪ੍ਰਮੋਸ਼ਨ ਲਈ ਡਿਊ ਸਾਂ, ਮੈਨੂੰ DIG CRPF ਲਾਇਆ ਗਿਆ ਅੰਮ੍ਰਿਤਸਰ। ਉਸੇ ਤਰ੍ਹਾਂ ਇੱਕ ਅੰਮ੍ਰਿਤਸਰ ਦਾ ਜ਼ਿਲ੍ਹਾ CRP ਦੇ ਹਵਾਲੇ ਕਰ ਦਿੱਤਾ ਗਿਆ ਕੰਟਰੋਲ ਕਰਨ ਲਈ। ਗੁਰਦਾਸਪੁਰ ਜ਼ਿਲ੍ਹਾ BSF ਨੂੰ ਦੇ ਦਿੱਤਾ ਗਿਆ ਅਤੇ ਵੱਡੀ ਏਰੀਆ ਵੰਡ ਦਿੱਤੇ ਗਏ। ਔਰ ਉਸੇ ਤਰ੍ਹਾਂ ਡਿਪਲੋਇਮੈਂਟ ਫੋਰਸ ਤਿਆਰ ਕਰ ਦਿੱਤੀ ਗਈ ਔਰ ਪੈਰਾਮਿਲਟਰੀ ਫੋਰਸਿਸ ਦੇ ਅਫਸਰਾਂ ਨੂੰ ਵੀ ਇਨਵੋਲਵ ਕੀਤਾ ਗਿਆ। ਤੁਸੀਂ ਕਿੰਨੇ 'ਚ ਜਿਹੜਾ ਸੀਗਾ ਉਹ DIG ਬਣੇ ਜਾ ਕੇ? ਹਾਂਜੀ, DIG ਕਿੰਨਾ ਸਨ ਸੀ ਜਾਂ DIG ਤੁਸੀਂ? ਮੈਂ 86 ਦੇ ਵਿੱਚ ਬਣਿਆ ਜੀ, ਜੁਲਾਈ 1 ਜੁਲਾਈ ਨੂੰ ਮੈਂ ਚਾਰਜ ਲਿਆ। ਜਦ ਤੱਕ ਫਸਟ ਜਿਹੜਾ ਆ ਬਲੈਕ ਥੰਡਰ ਹੋ ਚੁੱਕਿਆ ਸੀ, ਮਤਲਬ ਸੈਕਿੰਡ ਦੀ ਵਾਰੀ? ਉਹ ਤੋਂ ਬਾਅਦ ਜੀ, ਉਹ 30 ਅਪ੍ਰੈਲ ਨੂੰ ਹੋਇਆ। 1 ਜੁਲਾਈ ਨੂੰ ਮੈਂ DIG CRPF ਅੰਮ੍ਰਿਤਸਰ ਦਾ ਚਾਰਜ ਲੈ ਲਿਆ। ਉਦੋਂ ਪਹਿਲਾਂ ਗਿੱਲ ਸਾਹਿਬ ਐਜ਼ IG ਚਾਰਜ ਲੈ ਚੁੱਕੇ ਸੀ ਅਤੇ ਉੱਥੇ ਮੇਰੀ ਜਗ੍ਹਾ ਇਜ਼ਹਾਰ ਆਲਮ ਉਹਨਾਂ ਦੀ ਪੋਸਟਿੰਗ ਹੋ ਗਈ ਸੀ। ਅੱਛਾ, ਜਿਹੜਾ
ਹੁਣ ਫਿਰ 2 ਬਲੈਕ ਥੰਡਰ 2 ਜੀ ਦੀ ਗੱਲ ਕਰਦੇ ਹਾਂ, ਜਦ ਅਸੀਂ ਵੀਡੀਓਜ਼ ਆਮ ਕਰਕੇ ਨੈਟ ਉੱਤੇ ਲੋਕ ਦੇਖਦੇ ਹਾਂ, ਹੱਥ ਖੜੇ ਕਰਕੇ ਬਾਹਰ ਨੂੰ ਆਉਂਦੇ ਲੋਕ ਆਉਂਦੇ ਨੇ, ਉਹ ਹਾਂ। ਕਿਉਂ ਹੋਇਆ, ਉਹਦੀ ਕੀ ਨੌਬਤ ਹੈ? ਦੇਖੋ 2 ਸਾਲ ਫਿਰ ਸੀਆਰਪੀ ਦੇ ਵਿੱਚ ਅਸੀਂ ਐਂਟੀ ਟੈਰਰਿਸਟ ਆਪਰੇਸ਼ਨ ਚਲਾਉਂਦੇ ਰਹੇ। ਉਹਦੇ ਅੰਦਰ ਵੀ ਇਹ ਸੀ, ਉਦੋਂ ਤੱਕ ਪ੍ਰੈਜ਼ੀਡੈਂਟਸ ਰੂਲ ਲੱਗ ਚੁੱਕਾ ਸੀ 87 ਦੇ ਵਿੱਚ। ਪਰ ਮਿਲੀਟੈਂਟਸ ਦਾ ਅੰਦਰ ਦਰਬਾਰ ਸਾਹਿਬ ਦੇ ਸਟਰੋਂਗ ਹੋਲਡ ਚੱਲ ਰਿਹਾ ਸੀ। ਉਸ ਵੇਲੇ ਜਿਹੜੇ ਥਾਪੇ ਗਏ ਜਥੇਦਾਰ ਸੀ ਰੋਡੇ, ਹਾਂਜੀ ਜਸਵੀਰ ਸਿੰਘ ਰੋਡੇ, ਇਹਨਾਂ ਨੂੰ ਥਾਪਿਆ ਗਿਆ ਸੀ ਜਥੇਦਾਰ ਅਕਾਲ ਤਖਤ ਸਰਬੱਤ ਖਾਲਸੇ ਵੱਲੋਂ। ਇਹ ਵੀ ਉੱਥੇ ਸਨ। ਹੋਰ ਜਿਹੜੀਆਂ ਉਹਨਾਂ ਨੇ ਅਪਾਇੰਟਮੈਂਟਸ ਕੀਤੀਆਂ ਸੀ ਉਹ ਵੀ ਸਾਰੇ ਜ਼ੋਰ ਸ਼ੋਰ ਨਾਲ ਚੱਲ ਰਹੇ ਸਨ। ਤੇ ਅੰਦਰ ਕਈ ਵਾਰੀ ਉਹ ਹੁੰਦਾ ਸੀ ਵੀ ਸਡਨਲੀ ਜ਼ੋਰ ਫੜਨ ਲੱਗ ਪੈਂਦੇ ਸੀ। ਮੈਨੂੰ ਉਹਦੇ 'ਚ ਇਹ ਲੱਗਦਾ ਕਿ ਜਿਹੜੀਆਂ ਸੈਂਟਰਲ ਏਜੰਸੀਆਂ ਸੀ ਇਹ ਟੈਰਰਿਜ਼ਮ ਨੂੰ ਖਤਮ ਸ਼ਾਇਦ ਨਹੀਂ ਹੋਣ ਦੇਣਾ ਚਾਹੁੰਦੀਆਂ ਸੀ, ਕਿਉਂਕਿ ਜਿਹੜੇ ਕੰਮ ਲਈ ਇਹ ਸ਼ੁਰੂ ਕੀਤਾ ਗਿਆ ਸੀ ਉਹਦੇ ਨਾਲ ਪੋਲੀਟੀਕਲ ਰਿਜ਼ਲਟ ਮਿਲ ਗਏ ਸੀ, ਭਾਵੇਂ ਕੀਮਤ ਬਹੁਤ ਜ਼ਿਆਦਾ ਦੇਣੀ ਪਈ। ਪ੍ਰਾਈਮ ਮਿਨਿਸਟਰ ਦਾ ਮਾਰੇ ਜਾਣਾ, ਇੱਕ ਸੈਨਾ ਦੇ ਮੁਖੀ ਦਾ ਮਾਰੇ ਜਾਣਾ, ਹੋਰ ਕਈ ਚੰਗੇ ਪਤਵੰਤੇ ਸੱਜਣਾ ਦਾ ਮਾਰੇ ਜਾਣਾ, ਮਿਲਟਰੀ ਦੇ ਬੜੇ ਲੋਕਾਂ ਦਾ ਮਾਰੇ ਜਾਣਾ, ਉਹ ਸਾਰਾ ਕੁਛ ਹੋ ਗਿਆ। ਪਰ ਜਿਹੜਾ ਲਾਈਨ ਆਫ ਐਕਸ਼ਨ ਸੀ ਉਹ ਬਦਲੀ ਨਹੀਂ ਸੀ ਜਾ ਰਹੀ। ਤੁਸੀਂ ਜੇਕਰ ਅੰਦਰ ਹੈਗੇ ਸਨ ਮੁੰਡੇ, ਉਹਨਾਂ ਨੂੰ ਜਾ ਕੇ ਤੁਹਾਨੂੰ ਟੈਕਲ ਕਰ ਲੈਣਾ ਚਾਹੀਦਾ ਸੀ, ਉਹ ਟੈਕਲ ਨਹੀਂ ਕੀਤਾ ਗਿਆ। ਅੱਛਾ, ਮਗਰ ਸਾਡੀ ਗੱਲ ਕਈ ਵਾਰੀ ਹੁੰਦੀ ਸੀ ਵੀ ਜੇਕਰ ਕੋਈ ਮੌਕਾ ਬਣਿਆ ਤੇ ਇਹ ਜ਼ਰੂਰੀ ਹੈ ਵੀ ਇੱਕ ਵਾਰੀ ਨਾਲ 2-2 ਹੱਥ ਹੋਣੇ ਚਾਹੀਦੇ ਹੈ। ਭਈ ਇਹ ਜ਼ਰੂਰੀ ਨਹੀਂ ਵੀ ਜੇਕਰ ਤੁਸੀਂ ਹਾਲਾਤ ਪੋਸਟਪੋਨ ਕਰੀ ਜਾਓ ਤੇ ਕਿਸੇ ਦਿਨੋਂ ਫਿਰ ਆਰਮੀ ਦੀ ਜ਼ਰੂਰਤ ਪਏਗੀ। ਇੱਕ ਦਿਨ ਇਸੇ ਤਰ੍ਹਾਂ ਮਈ 88 ਦੇ ਵਿੱਚ ਸਾਨੂੰ ਲੱਗ ਰਿਹਾ ਸੀ ਵੀ ਇਹ ਮੁੰਡੇ ਅੰਦਰ ਜ਼ੋਰ ਫੜ ਰਹੇ ਨੇ, ਇਹਨਾਂ ਦੀ ਹਿੰਮਤ ਵੱਧ ਰਹੀ ਹੈ। ਤੇ ਇੱਕ ਦਿਨ ਪਤਾ ਲੱਗਿਆ ਵੀ ਇਹ ਮਨੋਹਰ ਲਾਲ ਬਿਲਡਿੰਗ, ਇੱਕ ਲਾਇਬ੍ਰੇਰੀ ਪੁਆਇੰਟ ਤੇ ਪ੍ਰਸ਼ਾਦ ਪੁਆਇੰਟ ਦੇ ਕੋਲ ਸੜਕ ਬਾਹਰਲੇ ਪਾਸੇ ਦਰਬਾਰ ਸਾਹਿਬ ਤੋਂ ਆ ਕੇ ਇੱਕ ਕੰਧ ਬਣਾ ਰਹੇ ਨੇ ਦਰਬਾਰ ਸਾਹਿਬ ਤੋਂ ਬਾਹਰ, ਤਾਂ ਕਿ ਉਹ ਇੱਕ ਬਿਲਡਿੰਗ ਉੱਥੇ 4 ਮੰਜ਼ਿਲਾ ਡਿਸਕਾਰਡਡ ਬਿਲਡਿੰਗ ਸੀ, ਉਹ ਬਿਲਡਿੰਗ ਪੂਰੀ ਇਹਨਾਂ ਨੂੰ ਮਿਲ ਜਾਂਦੀ ਸੀ। 4 ਮੰਜ਼ਿਲਾ ਬਿਲਡਿੰਗ ਸੀ ਤੇ ਉੱਤੋਂ ਇਹ ਫਾਇਰਿੰਗ ਕਰਕੇ ਕਾਫੀ ਨੁਕਸਾਨ ਕਰ ਸਕਦੇ ਸੀ। ਇਹਨਾਂ ਦਾ ਕਵਰੇਜ ਏਰੀਆ ਫਾਇਰਿੰਗ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਸੀ। ਉਹ ਫਿਰ ਇਹਨਾਂ ਨੇ ਉੱਥੇ ਸ਼ੁਰੂ ਕਰ ਦਿੱਤੀ ਬਣਾਉਣੀ। ਜਦੋਂ ਉੱਥੋਂ ਦੇ ਜਿਹੜੇ ਸੀਆਰਪੀ ਸੀ ਉਹਨਾਂ ਨੇ ਮਨਾ ਕੀਤਾ ਤੇ ਇਹਨਾਂ ਨੇ ਕਿਹਾ ਗੋਲੀ ਚੱਲੇਗੀ। ਉਹ ਸਾਰੇ ਸੋਚਣ ਲੱਗ ਪਏ ਵੀ ਹੁਣ ਕੀ ਕਰੀਏ, ਗੋਲੀ ਚਲੇਗੀ। ਅੱਛਾ, ਮੈਂ ਜਦੋਂ ਆਇਆ ਤੇ ਮੈਂ ਉਸ ਵੇਲੇ ਕੋਈ ਉੱਥੇ ਵਾਰਦਾਤ ਕੋਈ ਹੋਈ ਸੀ, ਮੈਂ ਵਿਜ਼ਿਟ ਕਰਨ ਗਿਆ। ਉੱਥੇ ਮੈਨੂੰ DC ਸਰਦਾਰ ਸਰਬਜੀਤ ਸਿੰਘ ਮਿਲ ਗਏ। ਅਸੀਂ ਫਿਰ ਇਕੱਠੇ ਹੀ ਉੱਥੋਂ ਅਜਨਾਲੇ ਏਰੀਏ 'ਚੋਂ ਵਾਪਸ ਆਏ, ਹਰਸਾ ਚੀਨਾ ਪਿੰਡ ਤੋਂ। ਅਤੇ ਮੈਂ ਉਹਨਾਂ ਨੂੰ ਦਫ਼ਤਰ ਉਹਨਾਂ ਦੇ ਛੱਡ ਕੇ ਤੇ ਮੈਂ ਆਪਣੇ ਕੰਟਰੋਲ ਰੂਮ ਚਲਾ ਗਿਆ। ਉੱਥੋਂ ਪਤਾ ਲੱਗਿਆ ਵੀ ਕੰਧ ਬਣਦੀ ਪਈ ਹੈ। ਤੇ ਮੈਂ ਕਿਹਾ ਭਾਈ ਜੇ ਗੋਲੀ ਦਾ ਹੈ ਤੇ ਕੰਧ ਬਣਨ ਤੋਂ ਬਾਅਦ ਵੀ ਗੋਲੀ ਚੱਲਣੀ ਹੈ, ਤੇ ਗੋਲੀ ਚੱਲਦੀ ਹੈ ਤੇ ਅੱਜ ਚੱਲੇ। ਕੋਈ ਹਾਲਾਤ ਜਿਹੜਾ ਤੁਸੀਂ ਉਹਨਾਂ ਨੂੰ ਪਰਮਿਟ ਨਹੀਂ ਕਰ ਸਕਦੇ ਵੀ ਤੁਸੀਂ, ਕਿਉਂਕਿ ਗੋਲੀ ਦੀ ਧਮਕੀ ਹੈ ਤੇ ਬਣਾ ਲਓ। ਮੈਂ ਕਿਹਾ ਰੋਕੋ ਤੇ ਫੋਰਸ ਹੋਰ ਬੁਲਾਓ, ਮੈਂ ਵੀ ਆ ਰਿਹਾ। ਤੇ ਤੁਸੀਂ ਉਹਨਾਂ ਦੀ ਗੱਲ ਮੰਨ ਨਹੀਂ ਸਕਦੇ, ਤੁਹਾਨੂੰ ਉਹਨਾਂ ਨੂੰ ਨਾ ਕਹਿਣੀ ਪਏਗੀ। ਕਿਉਂਕਿ ਜੇਕਰ ਗੱਲ ਮੰਨ ਲੈਂਦੇ ਤਾਂ ਸ਼ਾਇਦ ਆਪਰੇਸ਼ਨ ਬਲੂ ਸਟਾਰ ਵਾਲੇ ਹਾਲਾਤ ਬਣ ਜਾਣੇ ਸੀ ਜਿਵੇਂ ਪਹਿਲਾਂ ਅੰਦਰ ਹੋਇਆ। ਬਾਅਦ ਦੇ ਵਿੱਚ ਸ਼ਾਇਦ ਬਣ ਜਾਂਦੇ। ਦੇਖੋ ਅਸੀਂ ਤਾਂ ਜਦੋਂ ਗਏ ਹਾਂ, IG ਜ਼ੋਨਲ ਚਮਨ ਲਾਲ ਜੀ ਸਨ, ਉਹ ਕਿਤੇ ਬਿਜ਼ੀ ਸਨ। DIG ਵੀ ਪੰਜਾਬ ਪੁਲਿਸ ਦੇ ਬਿਜ਼ੀ ਸਨ ਕਿਤੇ। SSP ਸੁਰੇਸ਼ ਅਰੋੜਾ ਸਨ। ਮੈਂ ਫੋਨ ਕੀਤਾ, ਉਹ ਫਟਾਫਟ ਆ ਗਏ, ਉਹ ਵੀ ਮੇਰੇ ਨਾਲ ਆ ਗਏ। ਅਤੇ ਅਸੀਂ ਉੱਥੇ ਪਹੁੰਚੇ ਜਦੋਂ, ਗਲੀਆਂ 'ਚ ਹੋ ਕੇ ਗੱਡੀਆਂ ਅਸੀਂ ਡਿਊੜੀ ਦੇ ਸਾਹਮਣੇ ਕਰਤੀਆਂ, ਹਰਿਮੰਦਰ ਸਾਹਿਬ 'ਚ ਖੜੀਆਂ, ਅਤੇ ਗਲੀਆਂ ਸਾਡੀ ਹੁੰਦੇ ਹੋਏ ਅਸੀਂ ਪ੍ਰਸ਼ਾਦ ਪੁਆਇੰਟ ਦੇ ਕੋਲ ਪਹੁੰਚ ਗਏ। ਉੱਥੇ ਮੁੰਡੇ ਬਾਹਰ ਕੰਧ ਕਰ ਰਹੇ ਸੀ, ਸਾਨੂੰ ਦੇਖ ਕੇ ਅੰਦਰ ਭੱਜ ਗਏ। ਅਤੇ ਸਾਡੇ ਨਾਲ ਜਿਹੜੇ ਬੰਦੇ ਸੀ ਉਹ 2-2.5 ਫੁੱਟ ਉੱਚੀ ਕੰਧ ਬਣੀ ਹੋਈ ਸੀ, ਉਹਨਾਂ ਨੇ ਟਾਉਣੀ ਸ਼ੁਰੂ ਕਰਤੀ। ਇਹਨੇ 'ਚ ਸਾਡੀਆਂ ਪਿਕਟਸ ਸਨ ਚਾਰੋਂ ਪਾਸੇ ਦਰਬਾਰ ਸਾਹਿਬ ਦੇ। ਉਹਨਾਂ 'ਚੋਂ ਇੱਕ ਸੰਤਰੀ ਨੇ ਰੌਲਾ ਪਾਇਆ ਕਿ ਸਰ ਉਹ ਫਾਇਰਿੰਗ ਕਰਨ ਲੱਗੇ ਆ, ਤਿਆਰੀ ਕਰ ਰਹੇ ਆ, ਸਾਰੇ ਕਿਤੇ ਲੁਕਣ ਵਾਲੀ ਜਗ੍ਹਾ ਦੇਖੋ, ਬਚਾਅ ਕਰੋ। ਅੱਛਾ, ਮੈਂ ਕਿਹਾ ਵੀ ਪੋਜੀਸ਼ਨਾਂ ਲੈ ਲਓ।
ਅੱਛਾ ਓਪਨ 'ਚ ਅਸੀਂ ਖੜੇ ਸੀ ਗਲੀ 'ਚ, ਤੇ ਕਿਤੇ ਵੀ ਪੋਜੀਸ਼ਨ ਲੈਣ ਲਈ ਜਗ੍ਹਾ ਹੈ ਨਹੀਂ ਸੀ। ਕਿਹੜਾ ਕਿਹੜਾ ਸਾਈਡ ਸੀਗਾ ਸਰ, ਅੱਜ ਦੇ ਟਾਈਮ 'ਚ ਆਪਾਂ ਅੰਦਰ? ਲਾਇਬ੍ਰੇਰੀ ਪੁਆਇੰਟ ਤੇ ਪ੍ਰਸ਼ਾਦ ਪੁਆਇੰਟ ਦੇ ਵਿੱਚ ਸੀ ਇਹ ਜਗ੍ਹਾ। ਪਿਛਲੇ ਪਾਸੇ ਝੂਠਾ ਬਾਜ਼ਾਰ ਆ ਜਾਂਦਾ ਸੀ ਉਧਰੋਂ, ਤੇ ਤੰਗ ਗਲੀਆਂ ਸੀ, ਹੁਣ ਤੇ ਗਲਿਆਰਾ ਬਣ ਗਿਆ, ਉਦੋਂ ਤੰਗ ਗਲੀਆਂ ਹੁੰਦੀਆਂ ਸੀ। ਤੇ ਅਸੀਂ ਬਾਹਰ ਖੜੇ ਸੀ, ਇਹਨਾਂ ਨੇ ਉੱਤੋਂ ਇੱਕ ਬਰਸ ਚੱਲਿਆ ਜਿਨ੍ਹਾਂ 'ਚ ਇੱਕ ਗੋਲੀ ਮੇਰੇ ਇੱਥੇ ਫੇਸ ਤੇ ਵੱਜੀ। ਅੱਛਾ ਹੁਣ ਮੈਨੂੰ ਇਹ ਸੀ ਵੀ ਮੈਂ ਇੰਜਰ ਹੋ ਗਿਆ, ਪਰ ਇਹਦੇ ਨਾਲ ਠੀਕ ਹੈ, ਵੀ ਕੋਈ ਮਰਨ ਵਾਲੀ ਗੱਲ ਜਾਂ ਸੀਰੀਅਸ ਗੱਲ ਕੋਈ ਨਹੀਂ। ਮੈਂ ਰੁਮਾਲ ਕੱਢ ਕੇ ਬੰਨ ਲਿਆ ਤੇ ਮੂੰਹ ਦੇ ਉੱਤੇ, ਤੇ ਮੈਂ ਵਾਇਰਲੈਸ ਤੇ ਕਿਹਾ ਵੀ ਇਸ ਤਰ੍ਹਾਂ ਫਾਇਰਿੰਗ ਸ਼ੁਰੂ ਕਰੋ, ਦਰਬਾਰ ਸਾਹਿਬ ਨੂੰ ਬਚਾ ਲਓ, ਤੇ ਜਿੱਥੇ ਵੀ ਮੋਰਚੇ ਨੇ ਉਹਨਾਂ ਤੇ ਫਾਇਰਿੰਗ ਕਰ ਦਿਓ। ਸਾਡੀਆਂ ਪਿਕਟਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਮੈਂ ਉਹਨਾਂ ਨੂੰ ਵਾਇਰਲੈਸ ਤੇ ਦੱਸਿਆ ਕਿ ਮੈਂ ਇਸ ਤਰ੍ਹਾਂ ਇੰਜਰ ਹੋਇਆ, ਪਰ ਮੈਂ ਠੀਕ ਹਾਂ, ਤੇ ਘਬਰਾਓ ਨਾ, ਤੁਸੀਂ ਵੀ ਫਾਇਰਿੰਗ ਸ਼ੁਰੂ ਕਰ ਦਿਓ ਤੇ ਪੂਰੇ ਜ਼ੋਰ ਨਾਲ ਫਾਇਰਿੰਗ ਕਰੋ ਤੇ ਬੰਦ ਨਹੀਂ ਕਰਨੀ। ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਹੈ, ਮੈਂ ਜ਼ਖਮੀ ਹੋਇਆ, ਪਰ ਹੁਣ ਹਟਿਓ ਨਾ। ਅੱਛਾ ਹੁੰਦਾ ਕੀ ਸੀ ਵੀ ਉਹ ਜਦੋਂ ਸਾਡਾ ਥੋੜਾ ਜਿਹਾ ਹੱਥ ਉੱਪਰ ਹੋਣ ਲੱਗਦਾ ਸੀ, ਸਰਕਾਰ ਕਹਿ ਦਿੰਦੀ ਸੀ ਨਹੀਂ ਅਭੀ ਰੁਕ ਜਾਓ, ਤੇ ਉਹ ਫੇਰ ਇਹੋ ਜਿਹੇ ਹਾਲਾਤ ਆ ਜਾਂਦੇ ਸੀ ਵੀ ਉਹਨਾਂ ਦਾ ਹੱਥ ਫੇਰ ਉੱਪਰ ਹੋ ਜਾਂਦਾ ਸੀ। ਤੇ ਉਸ ਦਿਨ ਮੇਰੇ ਦਿਮਾਗ ਦੇ ਵਿੱਚ ਸੀ ਵੀ ਅੱਜ ਅਸੀਂ ਹਟਾਂਗੇ ਨਹੀਂ, ਅੱਜ ਫਾਇਰਿੰਗ ਚੱਲਣ ਦਿਓ। ਜਦੋਂ ਥੋੜੀ ਦੇਰ ਫਾਇਰਿੰਗ ਚੱਲ ਗਈ, ਅੱਛਾ ਮੈਂ ਕਈ ਵਾਰੀ ਮੁੰਡਿਆਂ ਨਾਲ ਗੱਲਬਾਤ ਹੋਣੀ ਨਾ, ਤੇ ਉਹਨਾਂ ਨੇ ਕਿਆ ਕਰਨਾ ਵੀ ਤੁਸੀਂ ਏਦਾਂ ਨਹੀਂ ਕਰ ਸਕਦੇ, ਤੇ ਅਸੀਂ ਕਹਿਣਾ ਵੀ ਨਹੀਂ ਅਸੀਂ ਤਾਂ ਸਖਤੀ ਨਾਲ ਪੇਸ਼ ਆਵਾਂਗੇ, ਦੇਖਣਾ ਤੁਹਾਨੂੰ ਹੁਕਮ ਆ ਜਾਣਗੇ। ਉਹਨਾਂ ਨੂੰ ਪਤਾ ਹੁੰਦਾ ਸੀ ਵੀ ਕਿਤੋਂ ਹੁਕਮ ਆਉਣਗੇ। ਅੱਛਾ ਜਦੋਂ ਇਹ ਫਾਇਰਿੰਗ ਸ਼ੁਰੂ ਹੋ ਗਈ, ਉਹ ਕਰੀਬਨ ਅੱਛਾ ਉਧਰੋਂ ਵਿਰਕ ਮਾਰ ਲਿਆ, ਨਾਲ ਹੀ ਅੰਦਰ ਭੰਗੜੇ ਪੈਣੇ ਸ਼ੁਰੂ ਹੋ ਗਏ ਦਰਬਾਰ ਸਾਹਿਬ 'ਚ। ਟੈਰਰਿਸਟ ਮੁੰਡਿਆਂ ਨੇ ਭੰਗੜੇ ਪਾਉਣੇ ਸ਼ੁਰੂ ਕਰਤੇ। ਅੱਛਾ ਜਦੋਂ ਕਿਹਨੂੰ ਮਾਰਿਆ ਉਹਨਾਂ ਨੇ? ਉਹਨਾਂ ਨੂੰ ਲੱਗਿਆ ਵੀ ਵਿਰਕ ਮਰ ਗਿਆ, ਗੋਲੀ ਵੱਜਣ ਤੋਂ ਬਾਅਦ ਬਚੀ ਦਾ ਤੇ ਹੈ ਨਹੀਂ। ਅੱਛਾ ਹੁਣ ਉਹ ਬੱਚੇ ਨੇ, ਉਹਨਾਂ ਨੂੰ ਸ਼ਾਇਦ ਨਹੀਂ ਪਤਾ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ। ਅੱਛਾ ਉਹ ਬੰਨ ਕੇ ਤੇ ਅੱਗੋਂ ਫਾਇਰਿੰਗ ਸ਼ੁਰੂ ਕਰਵਾਤੀ। ਇਹ ਅੰਦਰ ਭੰਗੜਾ ਪਾ ਰਹੇ ਨੇ ਵੀ ਵਿਰਕ ਅਸੀਂ ਮਾਰਤਾ, ਗੱਡੀ ਚਾੜਤਾ। ਅੱਛਾ ਉਹ ਭੰਗੜੇ ਸ਼ੁਰੂ ਹੀ ਹੋਏ ਸੀ ਤੇ ਇਹਨੇ 'ਚ ਬੜੇ ਜ਼ੋਰ ਸ਼ੋਰ ਨਾਲ ਗੋਲੀ ਸ਼ੁਰੂ ਹੋ ਗਈ, ਭੰਗੜੇ ਬੰਦ ਹੋ ਗਏ। ਫਿਰ ਉਹ ਅੰਦਰ ਅਸੀਂ ਬੜੇ ਜ਼ੋਰ ਸ਼ੋਰ ਨਾਲ, ਸਾਡੇ ਬੰਦਿਆਂ ਨੇ ਵੀ ਫਾਇਰਿੰਗ ਸ਼ੁਰੂ ਕਰਤੀ। ਫਿਰ 10-12 ਮਿੰਟ ਤੋਂ ਬਾਅਦ ਮੈਂ ਉਹ ਖੋਲ੍ਹ ਕੇ ਦੇਖਿਆ ਤੇ ਮੇਰੇ ਇੱਥੇ ਬਲੱਡ ਕਾਫੀ ਇਕੱਠਾ ਹੋ ਗਿਆ। ਤੇ ਸੁਰੇਸ਼ ਨੇ ਦੇਖ ਲਿਆ, ਮੈਨੂੰ ਕਹਿੰਦਾ ਵੀ ਕੀ ਹੋਇਆ? ਮੈਂ ਕਿਹਾ ਮੈਂ ਇਸ ਤਰ੍ਹਾਂ ਹਿੱਟ ਹੋ ਗਿਆ ਸੀ, ਮੈਂ ਠੀਕ ਹਾਂ। ਤੇ ਮੈਂ ਕਿਹਾ ਵੀ ਹੁਣ ਜਾ ਕੇ ਦੇਖੀਏ ਕਿਤੇ ਐਵੇਂ ਬਲੀਡਿੰਗ ਜ਼ਿਆਦਾ ਨਾ ਹੋ ਜਾਏ। ਤੇ ਉੱਥੋਂ ਫਿਰ ਅਸੀਂ ਗਲੀਆਂ 'ਚੋਂ ਪੈਦਲ ਨਿਕਲ, ਕਿੰਨੇ ਟਾਈਮ ਤੁਸੀਂ ਜਿਹੜਾ ਨਹੀਂ 10-15 ਮਿੰਟ, ਹਾਂ। ਉੱਥੋਂ ਫਿਰ ਅਸੀਂ ਪੈਦਲ ਚੱਲਦੇ ਹੋਏ ਝੂਠੇ ਬਾਜ਼ਾਰ ਵੱਲ ਆਏ ਹਾਂ। ਬਾਜ਼ਾਰ ਬੰਦ ਹੋ ਰਿਹਾ ਸੀ ਫਾਇਰਿੰਗ ਕਰਕੇ। ਉੱਥੋਂ ਅਸੀਂ ਕਿਸੇ ਦਾ ਸਕੂਟਰ ਕੋਈ ਜਾ ਰਿਹਾ ਸੀ, ਸੁਰੇਸ਼ ਨੇ ਕਿਹਾ, ਅਸੀਂ ਵਰਦੀ 'ਚ ਸਾਂ। ਸੁਰੇਸ਼ ਨੇ ਕਿਹਾ ਵੀ ਕਾਕਾ ਮੈਂ SSP ਹਾਂ, ਮੈਨੂੰ ਤੇਰਾ ਸਕੂਟਰ ਚਾਹੀਦਾ। ਮੈਂ ਸਕੂਟਰ 'ਤੇ ਪਿੱਛੇ ਬੈਠਾ ਤੇ ਸੁਰੇਸ਼ ਨੇ ਚਲਾਇਆ। ਅਸੀਂ ਉਹ ਝੂਠੇ ਬਾਜ਼ਾਰ ਥਾਣੀ, ਇਹਨੇ ਦੱਸਿਆ ਵੀ DI ਸਾਹਿਬ ਇੰਜਰਡ ਨੇ, ਤੇ ਮੁੰਡੇ ਅੱਗੇ ਭੱਜ ਕੇ ਇਹਨਾਂ ਨੇ ਜਗ੍ਹਾ ਖਾਲੀ ਸੜਕ ਕੀਤੀ। ਉਧਰੋਂ ਦੀ ਫਿਰ ਅਸੀਂ ਘੁੰਮ ਕੇ ਚੱਲੇ। ਹੁਣ ਤਾਂ ਫਲਾਈਓਵਰ ਬਣ ਗਏ ਨੇ, ਉਦੋਂ ਰੇਲਵੇ ਫਾਟਕ ਸਾਣ ਗਈ, ਅੱਗੇ ਗਏ ਤੇ ਫਾਟਕ ਬੰਦ ਸੀ, ਉਹ ਐਮਰਜੈਂਸੀ ਦੇ ਕੋਲ ਵਾਲਾ, ਕਰੀਬ 150 ਗਜ਼ 200 ਗਜ਼। ਉੱਥੇ ਫਿਰ ਅਸੀਂ ਸਕੂਟਰ ਖੜਾ ਕੀਤਾ ਤੇ ਪੈਦਲ ਗਏ। ਅੱਛਾ ਮੈਂ ਠੀਕ ਸਾਂ, ਪੈਦਲ ਚੱਲਦੇ ਹੋਏ ਅਸੀਂ ਉੱਥੋਂ ਚਲੇ ਗਏ। ਉਹ ਫਸਟ ਫਲੋਰ ਦੇ ਉੱਤੇ ਐਮਰਜੈਂਸੀ ਹੁੰਦੀ ਸੀ, ਉੱਥੇ ਰੋਜ਼ ਜਾਈਦਾ ਸੀ ਫੱਟੜ ਲੋਕਾਂ ਨੂੰ ਦੇਖਣ। ਉੱਥੇ ਉੱਪਰ ਚਲੇ ਗਏ, ਜਿਹੜਾ ਮੰਜਾ ਖਾਲੀ ਸੀ ਮੈਂ ਬੈਠ ਗਿਆ। ਸੁਰੇਸ਼ ਜਾ ਕੇ ਡਾਕਟਰਾਂ ਨੂੰ ਇਕੱਠੇ ਕਰਨ ਲੱਗ ਪਿਆ। ਤੇ ਮੇਰੀ ਬਾਤ ਸੁਰੇਸ਼ ਨਾਲ ਉੱਥੇ ਹੀ ਗੱਲ ਹੋਈ। ਮੈਂ ਕਿਹਾ ਦੇਖ ਸੁਰੇਸ਼, ਹਮੇਸ਼ਾ ਜਦੋਂ ਅਸੀਂ ਫਾਇਰਿੰਗ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਰੋਕ ਦਿੱਤਾ ਜਾਂਦਾ, ਅੱਜ ਤੈਨੂੰ ਵੀ ਰੋਕਿਆ ਜਾਏਗਾ। ਤੇ ਅੱਜ ਮੈਂ ਇੰਜਰਡ ਹਾਂ, ਸਪੌਟ ਦੇ ਉੱਤੇ ਮੈਂ ਸਾਂ, ਅਸੀਂ ਫਾਇਰਿੰਗ ਦਾ ਜਵਾਬ ਸ਼ੁਰੂ ਕਰ ਦਿੱਤਾ, ਹੁਣ ਰੋਕਿਓ ਨਾ। ਅੱਜ ਆਰ ਪਾਰ ਦੀ ਲੜਾਈ ਲੜੋ, ਤੇ ਉਹਨਾਂ ਨੂੰ ਕਹਿ ਦਿਓ ਜੀ ਵੀ ਅੱਜ ਅਸੀਂ ਆਰ ਪਾਰ ਦੀ ਲੜਾਈ ਲੜਨੀ ਹੈ, ਇਹ ਹੁਣ ਅੱਤਵਾਦੀਆਂ 'ਚ ਤੇ ਸਾਡੇ 'ਚ ਹੈ। ਉਹ ਫਿਰ ਥੋੜ੍ਹੀ ਦੇਰ 'ਚ ਫੋਨ ਸ਼ੁਰੂ ਹੋ ਗਏ, ਫਾਇਰਿੰਗ ਬੰਦ ਕਰੋ। ਸੁਰੇਸ਼ ਨੇ ਅੱਗੋਂ ਕਹਿ ਦਿੱਤਾ ਜੀ ਵੀ ਅਸੀਂ ਫਾਇਰਿੰਗ ਬੰਦ ਨਹੀਂ ਕਰਾਂਗੇ, ਥੋੜ੍ਹੀ ਦੇਰ ਦੇ ਵਿੱਚ ਅਸੀਂ ਅੰਦਰ ਵੜਾਂਗੇ। ਉਹ ਫਿਰ ਸਾਰੇ ਭਾਜੜ ਪੈ ਗਈ ਤੇ ਜੀ ਫੋਰਸ ਬੰਦ ਨਹੀਂ ਕਰ ਰਹੀ, ਸਾਡੇ ਜਿਹੜੇ ਪਿਕਟਸ ਨੇ ਉਹ ਫਾਇਰਿੰਗ ਬੰਦ ਨਹੀਂ ਕਰ ਰਹੀਆਂ। ਉਹਨਾਂ ਨੇ ਕਿਹਾ ਵੀ ਹਮਾਰੇ DIG इंजर हो गया, आज हम आर पार की लड़ाई लड़ेंगे। फिर वो
ਫਾਇਰਿੰਗ ਚੱਲਦੀ ਰਹੀ ਸ਼ਾਮ ਦੇ 5 ਵਜੇ ਤੱਕ। ਇਹ ਗੱਲ ਘਟਨਾ ਮੇਰੇ ਗੋਲੀ ਲੱਗੀ ਕਰੀਬ 12:30 ਤੇ 4:30 5 ਵਜੇ ਤੱਕ ਗੋਲੀ ਚੱਲਦੀ ਰਹੀ। ਹਾਂਜੀ, ਇਹ 9 ਮਈ 1988। ਇਹ ਫਿਰ ਸ਼ਾਮ ਨੂੰ ਇਹਨਾਂ ਨੇ ਦਿੱਲੀ ਤੋਂ ਇਹ ਕਿਹਾ ਵੀ ਅਸੀਂ ਅਸ਼ੋਰ ਕਰਦੇ ਹਾਂ ਵੀ ਅਸੀਂ ਇੱਕ ਵੱਡਾ ਆਪਰੇਸ਼ਨ ਕਰਾਂਗੇ। ਉਹ ਆਪਰੇਸ਼ਨ ਜਿਹੜਾ ਪੂਰਾ ਦਰਬਾਰ ਸਾਹਿਬ ਨੂੰ ਕਲੀਅਰ ਕਰਨ ਲਈ ਹੋਏਗਾ, ਤੁਸੀਂ ਫਾਇਰਿੰਗ ਬੰਦ ਕਰੋ। ਫਿਰ ਕਰੀਬ 5 ਵਜੇ ਫਾਇਰਿੰਗ ਬੰਦ ਕੀਤੀ ਗਈ। ਉਸ ਤੋਂ ਬਾਅਦ ਫਿਰ ਰਿਬੇਰੋ ਸਾਹਿਬ ਆ ਗਏ ਅੰਮ੍ਰਿਤਸਰ। ਗਿੱਲ ਸਾਹਿਬ ਉਸ ਦਿਨ ਦਿੱਲੀ ਸਨ, DG ਗਿੱਲ ਸਾਹਿਬ ਸਨ। ਰਿਬੇਰੋ ਸਾਹਿਬ ਉਦੋਂ ਤੱਕ ਸੀਨੀਅਰ ਐਡਵਾਈਜ਼ਰ ਬਣ ਚੁੱਕੇ ਸੀ। ਫਿਰ ਇਹਨਾਂ ਨੇ ਪਲੈਨਿੰਗ ਕਰਕੇ ਤੇ 12-13 ਦੇ ਨੇੜੇ ਇਹਨਾਂ ਨੇ NSG ਵਗੈਰਾ ਲਿਆ ਕੇ ਤੇ ਪੰਜਾਬ ਪੁਲਿਸ ਤੇ CRP ਉਹਦੇ ਨਾਲ ਦਰਬਾਰ ਸਾਹਿਬ ਘੇਰ ਕੇ ਤੇ ਐਕਚੁਅਲੀ NSG ਦੀ ਵੀ ਲੋੜ ਕੋਈ ਨਹੀਂ ਸੀ ਤੇ ਗਿੱਲ ਸਾਹਿਬ ਦੇ ਅੰਡਰ ਉਹ ਆਪਰੇਸ਼ਨ ਕੀਤਾ ਗਿਆ ਬਲੈਕ ਥੰਡਰ 2। 18 ਤਰੀਕ ਤੱਕ ਕਰੀਬ 20 ਟੈਰਰਿਸਟ ਮਾਰੇ ਗਏ ਦਰਬਾਰ ਸਾਹਿਬ 'ਚ। ਅੰਮ੍ਰਿਤਸਰ ਦੇ ਅੰਦਰ ਕਰਫਿਊ ਪੂਰੇ ਸ਼ਹਿਰ 'ਚ ਨਹੀਂ ਲਾਇਆ ਗਿਆ, ਪੂਰਾ ਸ਼ਹਿਰ ਨਾਰਮਲੀ ਚੱਲ ਰਿਹਾ ਸੀ। ਸਿਰਫ ਅੱਧੇ ਕਿਲੋਮੀਟਰ ਦੇ ਵਿੱਚ ਕਰਫਿਊ ਲਾਇਆ ਗਿਆ। ਇੰਟਰਨੈਸ਼ਨਲ ਪ੍ਰੈਸ ਜਿਹੜੀ ਆਈ ਉਹਨਾਂ ਦੇ ਸਾਹਮਣੇ ਸਾਰਾ ਕੁਝ ਦਿਖਾਇਆ ਗਿਆ ਤੇ ਅਨਾਊਂਸਮੈਂਟ ਕਰਕੇ ਉਹਨਾਂ ਨੂੰ ਆਉਣ ਲਈ ਤੇ ਸਰੈਂਡਰ ਲਈ ਕਿਹਾ ਜਾਂਦਾ ਸੀ। ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਅੰਦਰ ਸਨ ਉਹ ਤੇ ਬੱਚੇ ਬਾਹਰ ਆ ਗਏ ਕਿ 1-2 ਦਿਨਾਂ ਬਾਅਦ। ਫਿਰ ਉਹਨਾਂ ਲੇਡੀਜ਼ ਤੋਂ ਅਪੀਲ ਕਰਵਾਈ ਗਈ। ਫਿਰ ਵਿੱਚ ਕਦੇ ਬੰਦੇ ਆ ਗਏ, ਕਦੇ ਰਹਿ ਗਏ ਤੇ ਫਿਰ ਅਲਟੀਮੇਟਲੀ ਜਦੋਂ 18 ਤਰੀਕ ਨੂੰ ਸਾਰਾ ਵਾਈਂਡ ਅਪ ਹੋਇਆ, ਇਹ ਸਾਰੇ ਬੰਦੇ ਜਿਹੜੇ ਸੀ ਹੱਥ ਖੜੇ ਕਰਕੇ ਉਹਦੇ ਅੰਦਰ ਕਰੀਬ 20 ਟੈਰਰਿਸਟ ਮਾਰੇ ਗਏ, ਜਿਨ੍ਹਾਂ 'ਚੋਂ ਕੁਝ ਨੇ ਸੁਸਾਈਡ ਕੀਤੀ ਸੀ, ਬਾਕੀ ਜਿਹੜੇ ਸੀ ਉਹ ਗੋਲੀ ਨਾਲ ਮਾਰੇ ਗਏ ਸੀ। ਤੇ 200 ਦੇ ਕਰੀਬ ਉਹ ਹਥਿਆਰ ਲੈ ਕੇ ਉਹਨਾਂ ਨੇ ਰੱਖੇ ਬਾਹਰ ਤੇ ਹੱਥ ਖੜੇ ਕਰਕੇ ਬਾਹਰ ਆਏ। ਤੇ ਪੁਲਿਸ ਵੱਲੋਂ ਜਿਹੜਾ ਡੈਮੇਜ ਹੋਇਆ ਸੀ ਉਹ ਮੈਂ ਇਕੱਲਾ ਇੰਜਰਡ ਸਾਂ, ਹੋਰ ਕੋਈ ਨੁਕਸਾਨ ਨਹੀਂ ਹੋਇਆ। ਬਲੈਕ ਥੰਡਰ 2 ਵੀ ਜਿਹੜਾ ਖਤਮ ਹੋ ਗਿਆ। 2 ਜਿਹੜਾ ਸੀ 18 ਮਈ ਤੱਕ ਖਤਮ ਹੋ ਗਿਆ। ਹਾਂਜੀ। ਸੋ ਪੂਰੀ ਤਰ੍ਹਾਂ ਪੰਜਾਬ ਦੇ ਹਾਲਾਤ ਜਦ ਤੱਕ ਤੁਸੀਂ ਇੱਥੇ ਰਹੇ ਤਾਂ ਕਦ ਜਿਹੜਾ ਸੁਧਰੇ ਨੇ? ਸਿਰਫ ਇੱਕ ਲਾਸਟ ਸਵਾਲ ਨਹੀਂ, ਦੇਖੋ ਇਸ ਤਰ੍ਹਾਂ ਹੈ ਵੀ ਮੇਰਾ ਆਪਣਾ ਖਿਆਲ ਸੀ ਵੀ ਗੋਲੀ ਦਾ ਜਵਾਬ ਗੋਲੀ ਨਾਲ ਅਸੀਂ ਦਿੱਤਾ, ਪਰ ਉਹ ਦਿੰਦਿਆਂ ਹੋਇਆਂ ਵੀ ਅਸੀਂ ਇਹ ਕੋਸ਼ਿਸ਼ ਕੀਤੀ ਵੀ ਘੱਟ ਤੋਂ ਘੱਟ ਫਾਇਰਿੰਗ ਕੀਤੀ ਜਾਵੇ, ਘੱਟ ਤੋਂ ਘੱਟ ਬਲ ਦੀ ਵਰਤੋਂ ਕੀਤੀ ਜਾਵੇ ਔਰ ਜਿਹੜਾ ਹੱਥ ਖੜਾ ਕਰਦੇ ਉਹਦਾ ਨੁਕਸਾਨ ਨਾ ਕੀਤਾ ਜਾਵੇ, ਜਿਹੜਾ ਅੱਗੋਂ ਫਾਇਰਿੰਗ ਕਰੇ ਉਹਦੇ ਨਾਲ ਟਕਰਾਇਆ ਜਾਏ। ਤੇ ਉਹਦੇ ਨਾਲ ਦੇਖੋ ਇੱਦਾਂ ਹੁੰਦਾ ਵੀ ਇਹਦੇ 'ਚ ਗਲਤੀਆਂ ਜੇਕਰ ਤੁਸੀਂ ਪੰਜਾਬ ਦਾ ਪੂਰਾ ਪੜ੍ਹੋ ਨਾ ਤੇ ਬੜੀ ਕਈ ਗਲਤੀਆਂ ਨਜ਼ਰ ਆਉਣਗੀਆਂ। ਤੁਸੀਂ ਇੱਕ ਉਰਦੂ ਦਾ ਸ਼ੇਅਰ ਹੈ, वो वक्त भी देखा है तारीख की नज़रों ने, वो वक्त भी देखा है तारीख हिस्ट्री की नज़रों ने, लम्हों ने खता की थी सदियों ने सज़ा पाई। तो की होया सी पंजाब दे अंदर गलतियां थोड़े जे बंदियां दियां सन और शायद थोड़ी देर ਲਈ सन, पर ਉਹਦੀ ਜਿਹੜੀ ਸਜ਼ਾ ਸੀ ਉਹ ਪੰਜਾਬ ਦੇ ਲੋਕਾਂ ਨੂੰ ਬਹੁਤ ਦੇਰ ਲਈ ਮਿਲੀ, ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਅਨਫੇਅਰ ਸੀ। ਪੰਜਾਬ ਦੇ ਲੋਕ ਇਸ ਤਰ੍ਹਾਂ ਦਾ ਟਰੀਟਮੈਂਟ ਡਿਜ਼ਰਵ ਨਹੀਂ ਕਰਦੇ ਸੀ ਤੇ ਪਰ ਮਾੜੀ ਗੱਲ ਸੀ ਜੋ ਵੀ ਹੋਇਆ। ਤੇ ਬਾਅਦ ਦੇ ਵਿੱਚ ਫਿਰ ਉਹ ਚੱਲਦਾ ਰਿਹਾ ਕੁਝ ਚਿਰ, ਫਿਰ ਹਾਲਾਤ ਨਾਰਮਲ ਹੋਏ, ਉਦੋਂ ਬਾਅਦ ਫਿਰ ਵਿਗਾੜ ਪੈ ਗਿਆ। ਐਂ ਲੱਗ ਰਿਹਾ ਸੀ ਵੀ ਕਈ ਫੋਰਸਿਸ ਹਾਲੇ ਇਹਦੇ 'ਚ ਸੁਧਾਰ ਲਿਆਉਣਾ ਨਹੀਂ ਚਾਹੁੰਦੀਆਂ। ਸਮਾਂ ਲੱਗਿਆ ਪਰ ਜਿਹੜਾ ਪੰਜਾਬ ਦਾ ਹਾਲਾਤ ਸੁਧਰਦੇ ਟਾਈਮ ਲੱਗਿਆ। ਦੇਖੋ ਫਿਰ ਉਦੋਂ ਬਾਅਦ ਫਿਰ ਇੱਕ ਦਹਾਕਾ ਲੱਗ ਗਿਆ, 7 ਸਾਲ ਹੋਰ ਲੱਗੇ ਪੰਜਾਬ ਨੂੰ ਪੂਰਾ ਲਾਈਨ ਤੇ ਲਿਆਉਣ ਲਈ। ਹਾਂਜੀ। ਸੋ ਬਹੁਤ ਬਹੁਤ ਜ਼ਿਆਦਾ ਧੰਨਵਾਦ, ਕਿਉਂਕਿ ਉਹ ਸਮੇਂ ਦੀ ਅਸਲੀਅਤ ਪਿਕਚਰ ਤੁਸੀਂ ਜਿਹੜੀ ਦੱਸੀ ਹੈ, ਇੱਕ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਆਪਰੇਸ਼ਨ ਬਲੈਕ ਥੰਡਰ 1 ਤੇ 2 ਦੀ ਕਹਾਣੀ ਦੇ ਵਿੱਚ ਕਿਵੇਂ ਦੇ ਹਾਲਾਤ ਰਹੇ, ਕਿਵੇਂ ਸਰਬੱਤ ਖਾਲਸਾ ਹੋਇਆ, ਤਮਾਮ ਜਾਣਕਾਰੀ ਕਿਉਂਕਿ ਤੁਸੀਂ ਅੱਖੀ ਡਿੱਠੇ ਆਪ ਗਵਾਹ ਸੀ, ਐਸੀ ਪੋਸਟ 'ਤੇ ਸੀ ਕਿ ਤੁਸੀਂ ਸਭ ਕੁਝ ਤੁਹਾਡੀ ਨਜ਼ਰ ਦੇ ਥੱਲੇ ਹੀ ਜਿਹੜਾ ਚੱਲਦਾ। ਬਹੁਤ ਤੁਹਾਡਾ ਧੰਨਵਾਦ। ਵੈਲਕਮ। ਤੁਹਾਡੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇਹ ਸਨ ਸਾਡੇ ਨਾਲ XDGP ਪੰਜਾਬ ਤੇ ਮਹਾਰਾਸ਼ਟਰ SS ਵਿਰਕ ਸਾਹਿਬ, ਜਿਨ੍ਹਾਂ ਨੇ ਚਰਚਾ ਕੀਤੀ ਤਮਾਮ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ, ਕਿਉਂਕਿ ਉਸ ਸਮੇਂ ਜਦ ਆਪਰੇਸ਼ਨ ਬਲੈਕ ਥੰਡਰ 1-2 ਹੁੰਦਾ ਤਾਂ ਪਹਿਲੇ 'ਚ ਇਹ SSP ਅੰਮ੍ਰਿਤਸਰ ਰਹੇ ਤੇ ਫਿਰ DIG ਜਿਹੜੇ ਦੀ ਭੂਮਿਕਾ ਇਹਨਾਂ ਨੇ ਨਿਭਾਈ ਹੈ। ਹਾਈ ਪੋਸਟਾਂ ਦੇ ਪੁਲਿਸ 'ਤੇ ਰਹੇ, ਹਾਲਾਤ ਦੇਖੇ ਪੰਜਾਬ ਦੇ, ਜਿਵੇਂ ਪੰਜਾਬ
ਮਾੜੇ ਦੌਰ 'ਚੋਂ ਗੁਜ਼ਰਿਆ, ਕਿਵੇਂ ਉਹ ਚੰਗੇ ਦੌਰ ਤੱਕ ਪਹੁੰਚਿਆ। ਤਮਾਮ ਜਿਹੜੇ ਮੁੱਦਿਆਂ 'ਤੇ ਅਸੀਂ ਚਰਚਾ ਵੀ ਕੀਤੀ ਹੈ। ਸੋ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਅੱਜ ਦੀ ਇਹ ਸਾਡੀ ਸਪੈਸ਼ਲ ਪੇਸ਼ਕਸ਼ ਸੀ, ਕਿਉਂਕਿ ਅਸੀਂ ਉਹ ਪੱਖ ਸਾਹਮਣੇ ਲਿਆਉਣਾ ਚਾਹੁੰਦੇ ਜਿਹੜਾ ਅੱਜ ਤੱਕ ਕਦੇ ਵੀ ਨਹੀਂ ਆਇਆ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਆ ਇਜਾਜ਼ਤ। ਧੰਨਵਾਦ।